ਸੋ ਮਾਰਗੇਜ ਲੈਣ ਦੇ ਲਈ ਪਹਿਲੀਆਂ ਕਿਹੜੀਆਂ ਜ਼ਰੂਰੀ ਉਹ ਗੱਲਾਂ ਆ ਜਿਨ੍ਹਾਂ ਨੂੰ ਸਾਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ? ਸੋ ਕੈਨੇਡਾ 'ਚ ਆ ਕੇ ਕ੍ਰੈਡਿਟ ਸਕੋਰ ਬਣਾਉਣਾ ਬਹੁਤ ਜ਼ਰੂਰੀ ਹੈ। ਪਹਿਲਾਂ ਘਰ ਲੈਣਾ ਬਹੁਤ ਸੌਖਾ ਸੀ, ਹਾਂਜੀ, ਹੁਣ ਘਰ ਲੈਣਾ ਬਹੁਤ ਔਖਾ ਹੋ ਗਿਆ। ਸਹੀ ਗੱਲ ਹੈ। ਸੋ ਇੱਕ ਸਟ੍ਰੈਸ ਟੈਸਟ ਆ, ਉਹ ਕੀ ਹੁੰਦਾ ਉਹਦੇ ਬਾਰੇ ਪਹਿਲਾਂ ਦੱਸੋ। ਇਹ ਕਿਵੇਂ ਵਰਕ ਕਰਦੀਆਂ ਹੈਗੀਆਂ, ਕੀ ਬੈਨੀਫਿਟ ਹੈ ਇਹਨੂੰ ਸਾਡੇ? ਤੇ ਕਈ ਵਾਰੀ ਕਿਸੇ ਦਾ ਕ੍ਰੈਡਿਟ ਇੰਨਾ ਮਾੜਾ ਆ। ਦੇਖ ਰਹੇ ਹੋ ਸਾਂਝਾ ਟੀਵੀ। ਮੇਰੇ ਵੱਲੋਂ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਨੂੰ ਜੀ ਆਇਆਂ ਨੂੰ ਬਿਜ਼ਨਸ ਕਨੈਕਟ ਦੇ ਵਿੱਚ। ਜਦੋਂ ਬਿਜ਼ਨਸ ਕਨੈਕਟ ਦੀ ਗੱਲ ਆਉਂਦੀ ਆ ਤੇ ਬਹੁਤ ਸਾਰੇ ਇਹੋ ਜਿਹੇ ਸਾਡੇ ਪੰਜਾਬੀਆਂ ਦੇ ਬਿਜ਼ਨੈਸਿਸ ਆ ਜਿਹੜੇ ਹਮੇਸ਼ਾ ਹੀ ਕਮਿਊਨਿਟੀ ਦੇ ਵਿੱਚ ਲੋਕਾਂ ਨੂੰ ਸਹੀ ਗਾਈਡੈਂਸ ਦਿੰਦੇ ਨੇ। ਸੋ ਘਰ ਲੈਣਾ ਹਰ ਇੱਕ ਦਾ ਸੁਪਨਾ ਆ। ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਆ, ਮਿਹਨਤਾਂ ਕਰਦੇ ਆ, ਪਹਿਲਾਂ ਸਾਡਾ ਹੁੰਦਾ ਕਿ ਅਸੀਂ ਸੋਹਣਾ ਕੰਮਕਾਰ ਲੱਭ ਲਈਏ ਤੇ ਉਸ ਤੋਂ ਬਾਅਦ ਅਸੀਂ ਪੈਸੇ ਸੇਵ ਕਰਕੇ ਬਚਾ ਕੇ ਤੇ ਆਪਣਾ ਘਰ ਲੈ ਲਈਏ ਤੇ ਫਿਰ ਹੌਲੀ ਹੌਲੀ ਜ਼ਿੰਦਗੀ ਨੂੰ ਦਿਨ ਬ ਦਿਨ ਅਸੀਂ ਇਸੇ ਤਰ੍ਹਾਂ ਹੀ ਸੈੱਟ ਕਰਦੇ ਚੱਲਦੇ ਹਾਂ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਦੇ ਸਕੀਏ। ਸੋ ਘਰ ਦਾ ਸਾਰਿਆਂ ਦਾ ਹੀ ਸੁਪਨਾ ਹੁੰਦਾ। ਘਰ ਲੈਣ ਦੇ ਲਈ ਚਾਹੀਦਾ ਕੀ ਆ, ਕੀ ਕਰਨਾ ਚਾਹੀਦਾ? ਸੋ ਜਦੋਂ ਅਸੀਂ ਇਸ ਗੱਲ ਤੇ ਪਹੁੰਚਦੇ ਹਾਂ ਤੇ ਫਿਰ ਸਾਨੂੰ ਲੋੜ ਹੁੰਦੀ ਹੈ ਸਹੀ ਐਡਵਾਈਸ ਦੀ। ਵਿਨੇ ਸ਼ਰਮਾ ਹੋਣਾ ਨੂੰ ਤੁਸੀਂ ਜਾਣਦੇ ਹੋ ਸਾਰੇ, ਬੜੇ ਲੰਬੇ ਸਮੇਂ ਤੋਂ ਟਾਈਮਜ਼ ਆਫ ਕੈਨੇਡਾ ਦੇ ਰਾਹੀਂ ਕਮਿਊਨਿਟੀ ਦੀ ਹਰ ਇੱਕ ਗੱਲ ਨੂੰ ਮੈਗਜ਼ੀਨ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆ। ਤੁਸੀਂ ਪੜ੍ਹਦੇ ਆ, ਬਹੁਤ ਸਾਰੀਆਂ ਸ਼ਖਸੀਅਤਾਂ ਦੀਆਂ ਉਹਦੇ ਵਿੱਚ ਇੰਟਰਵਿਊਜ਼ ਹੁੰਦੀਆਂ, ਬਹੁਤ ਕੁਝ ਹੁੰਦਾ। ਪਰ ਥੋੜ੍ਹੇ ਸਮੇਂ ਤੋਂ ਟਾਈਮਜ਼ ਮਾਰਗੇਜ ਤੇ ਘਰ ਲੈਣ ਦੇ ਸੁਪਨੇ ਵੀ ਤੁਹਾਡੇ ਪੂਰੇ ਕਰਨ ਲੱਗ ਪਏ। ਤੁਸੀਂ ਦੇਖਦੇ ਰਹਿੰਦੇ ਹੋ ਸਾਂਝਾ ਟੀਵੀ ਤੇ ਵੀ ਇਹਨਾਂ ਨੂੰ। ਸੋ ਅੱਜ ਸਾਡੇ ਸਟੂਡੀਓ 'ਚ ਆਏ ਨੇ, ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਕੁਛ ਇੱਕ ਇਹਨਾਂ ਤੋਂ ਜਾਣਕਾਰੀ ਲੈਂਦੇ ਆ ਕਿ ਕੀ ਕਰਨਾ ਚਾਹੀਦਾ ਸਾਨੂੰ ਜਦੋਂ ਅਸੀਂ ਆਪਣਾ ਸੁਪਨਾ ਦੇਖਦੇ ਆ ਤੇ ਉਹਨੂੰ ਪੂਰਾ ਕਿਵੇਂ ਕਰਨਾ। ਸੋ ਜੀ ਆਇਆਂ ਕਰਦੇ ਆ ਵਿਨੇ ਸ਼ਰਮਾ ਹੋਣਾ ਨੂੰ। ਵਿਨੇ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਨੂੰ ਔਰ ਸਾਂਝਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ, ਦਿਲੋਂ ਧੰਨਵਾਦ, ਦਿਲੋਂ ਸਵਾਗਤ। ਸੁਪਨੇ ਦੀ ਤੁਸੀਂ ਗੱਲ ਕੀਤੀ ਹੈ ਨਾ ਜੀ। ਥੈਂਕ ਯੂ ਜੀ ਤੁਹਾਡਾ। ਤੇ ਵਾਕਿਆ ਹੀ ਕਹਿੰਦੇ ਜਦੋਂ ਅਸੀਂ ਕੋਈ ਬਿਜ਼ਨਸ ਕਰਦੇ ਆ ਨਾ, ਉਹ ਬਿਜ਼ਨਸ ਦੇ ਵਿੱਚ ਜਦੋਂ ਤੁਸੀਂ ਲੋਕਾਂ ਦੇ ਸੁਪਨੇ ਪੂਰੇ ਕਰਦੇ ਆ ਨਾ ਜੀ ਜੀ, ਤੇ ਉਹ ਬਿਜ਼ਨਸ ਤੇ ਸੋਨੇ ਤੇ ਸੁਹਾਗਾ ਹੀ ਹੁੰਦਾ ਕਿ ਜਦੋਂ ਕਿਸੇ ਨੇ ਕੋਈ ਸੁਪਨਾ ਦੇਖਿਆ ਵੀ ਮੈਂ ਘਰ ਲੈਣਾ ਤੇ ਤੁਸੀਂ ਉਹਨਾਂ ਨੂੰ ਸਹੀ ਗਾਈਡੈਂਸ ਦੇ ਦਿੱਤੀ, ਮਾਰਗੇਜ ਲੈ ਕੇ ਦੇਣ ਦੇ ਵਿੱਚ ਮਦਦ ਕਰਤੀ, ਸਹੀ ਸਲਾਹ ਦੇ ਦਿੱਤੀ, ਗਾਈਡ ਕਰ ਦਿੱਤਾ ਕਿ ਕਿਹੜੀਆਂ ਗੱਲਾਂ ਫੋਲੋ ਕਰਨੀਆਂ ਚਾਹੀਦੀਆਂ ਜੀ। ਸੋ ਕਹਿੰਦੇ ਜਦੋਂ ਜ਼ਿੰਦਗੀ 'ਚ ਸਹੀ ਗਾਈਡੈਂਸ ਮਿਲ ਜਾਂਦੀ ਤੇ ਇਨਸਾਨ ਆਪਣੀ ਲੀਹ ਤੇ ਆਪ ਹੀ ਤੁਰਦਾ ਰਹਿੰਦਾ ਹੈ। ਸਹੀ ਗੱਲ ਹੈ। ਸੋ ਟਾਈਮਜ਼ ਮਾਰਗੇਜ ਕਦੋਂ ਹੋਂਦ ਚਾਹੀ, ਕਿਉਂਕਿ ਟਾਈਮਜ਼ ਆਫ ਕੈਨੇਡਾ ਨੂੰ ਤਾਂ ਬੜੇ ਚਿਰ ਤੋਂ ਜਾਣਦੇ ਆ। ਸੋ ਅੱਜ ਟਾਈਮਜ਼ ਮਾਰਗੇਜ ਦੀ ਗੱਲ ਕਰਦੇ ਆ। ਥੋੜਾ ਜਿਹਾ ਇਹਦਾ ਪਿਛੋਕੜ ਦੱਸ ਦਿਓ ਸਾਨੂੰ। ਜੀ ਜੀ, ਥੈਂਕ ਯੂ। ਮੈਂ ਇਹਦਾ ਪਿਛੋਕੜ ਮੈਂ ਸੋਚਦਾ ਇੰਡੀਆ ਨਾਲ ਹੀ ਜੁੜਿਆ, ਕਿਉਂਕਿ ਇੰਡੀਆ 'ਚੋਂ ਮੈਂ ਉਸ ਪਰਿਵਾਰ ਨਾਲ ਸੰਬੰਧ ਰੱਖਦਾ ਜਿਹੜੇ ਕਿ ਇੱਕ ਬਿਜ਼ਨਸ ਦੇ ਤੌਰ ਤੇ ਇੰਡੀਆ ਦੇ ਵਿੱਚ ਬਿਜ਼ਨਸ ਕਰਦੇ। ਸਾਡਾ ਇੰਡੀਆ ਦੇ ਵਿੱਚ ਗੈਸ ਸਟੇਸ਼ਨ, ਪੈਟਰੋਲ ਪੰਪ ਉਹਨੂੰ ਕਹਿੰਦੇ ਆ, ਉਹ ਸੀਗਾ ਮਾਲਪੁਰ ਦੇ ਕੋਲ। ਫਗਵਾੜਾ ਮਾਲਪੁਰ ਬੈਲਟ ਵਾਲੇ ਲੋਕਾਂ ਨੂੰ ਇਹਨਾਂ ਦਾ ਪਤਾ ਹੈ। ਤੇ ਅਸੀਂ ਜਦੋਂ ਮਾਲਪੁਰ ਵਾਲੇ ਸਾਡੇ ਪੈਟਰੋਲ ਪੰਪ ਨੂੰ ਮੈਂ ਮੈਨੇਜ ਕਰਦਾ ਸੀ ਇੰਡੀਆ, ਤੇ ਫਾਈਨਾਂਸ ਦੇ ਵਿੱਚ ਆਟੋਮੈਟਿਕਲੀ ਤੁਹਾਡੀ ਐਂਟਰੀ ਹੋ ਜਾਂਦੀ ਹੈ ਕਿਉਂਕਿ ਤੁਹਾਨੂੰ ਫਾਈਨਾਂਸ ਮੈਨੇਜ ਕਰਨੇ ਆ। ਉੱਥੋਂ ਮੈਨੂੰ ਕਿਤੇ ਨਾ ਕਿਤੇ ਚੇਟਕ ਲੱਗ ਗਈ, ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਇਹ ਨੌਲੇਜ ਆ ਗਈ। ਔਰ ਜਿਹੜੇ ਲੋਕ ਫਾਈਨਾਂਸ ਨੂੰ ਡੀਲ ਕਰਦੇ ਨਾ ਜੀ, ਉਹ ਬੜਾ ਇੰਟਰਸਟਿੰਗ ਵਿਸ਼ਾ ਹੈ। ਤੁਹਾਨੂੰ ਬੜੀਆਂ ਗੱਲਾਂ ਅੱਛੀਆਂ ਲੱਗਦੀਆਂ ਕਿਉਂਕਿ ਤੁਸੀਂ ਪੈਸੇ ਦੀ ਗੱਲਬਾਤ ਕਰਦੇ ਹੋ, ਇੱਧਰ ਉੱਧਰ ਕਰਦੇ ਹੋ, ਪੈਸਾ ਸੇਵ ਕਿਵੇਂ ਹੁੰਦਾ। ਜਦੋਂ ਆੜ੍ਹਤੀ ਨਾਲ ਡੀਲਿੰਗ ਕਰਦੇ ਆ, ਉਹ ਕਿੰਨਾ ਵਿਆਜ ਲਾ ਰਹੇ ਨੇ ਲੋਕਾਂ ਨੂੰ, ਕੀ ਲੈ ਰਹੇ ਨੇ, ਪ੍ਰੋਡਕਟ ਤੇ ਕੀ ਚਾਰਜ ਕਰ ਰਹੇ ਨੇ, ਜੇ ਉਹ ਕਿਸੇ ਨੂੰ ਗਰੋਸਰੀ ਦੇ ਰਹੇ ਨੇ ਉੱਤੇ ਕੀ ਚਾਰਜ ਕਰਦੇ, ਉਹ ਚੀਜ਼ਾਂ ਤੁਹਾਨੂੰ ਸਾਰੀਆਂ ਸਾਹਮਣੇ ਆਉਂਦੀਆਂ। ਉਹ ਬੜਾ ਇੰਟਰਸਟਿੰਗ ਮੈਨੂੰ ਲੱਗਦਾ ਹੁੰਦਾ ਸੀ ਵੀ ਜਿਹੜਾ ਆੜ੍ਹਤੀ ਆ ਉਹ ਕਈ ਵਾਰ ਕਿਸਾਨ ਦੇ ਕੋਲੋਂ ਵਿਆਜ ਤੋਂ ਕਹਿੰਦਾ ਮੈਂ 2% ਲੈ ਰਿਹਾ, ਪਰ ਜਿਹੜੀ 10 ਚੀਜ਼ਾਂ ਨੂੰ ਨਾਲ ਹੋਰ ਵੇਚ ਜਾਂਦਾ ਆਪਣੀਆਂ, ਉੱਤੇ ਵੀ ਉਹ ਕਮਾਈ ਕਰ ਜਾਂਦਾ, ਉਹ ਰਲਾ ਮਿਲਾ ਕੇ ਕਾਫੀ ਪੈਸੇ ਬਣਾਉਂਦਾ। ਸੋ ਉਹ ਮੈਨੂੰ ਬੜਾ ਇੰਟਰਸਟਿੰਗ ਲੱਗਾ। ਫਿਰ ਜਦੋਂ ਮੈਂ ਕੈਨੇਡਾ ਆਇਆ, ਸਟਾਰਟਿੰਗ ਆਪਾਂ ਜੋਬਾਂ ਕੀਤੀਆਂ, ਔਰ ਜੋਬਸ ਕੀਤੀਆਂ ਕਾਫੀ ਸਾਰੀਆਂ। ਫਿਰ ਮੈਂ 2013 ਦੇ ਵਿੱਚ ਫਾਈਨੈਂਸ਼ੀਅਲ ਇੰਡਸਟਰੀ ਦੇ ਵਿੱਚ ਮੇਰਾ ਇੰਟਰਸਟ ਵਧਿਆ, ਮੈਂ ਐਂਟਰ ਕੀਤਾ। ਪਹਿਲਾਂ ਪ੍ਰਾਈਵੇਟ ਫਰਮਾਂ ਨਾਲ ਮੈਂ ਕੰਮ ਕੀਤਾ ਮੌਰਗੇਜ ਦੀਆਂ ਨਾਲ। 3 ਸਾਲ ਪਹਿਲਾਂ ਮੈਂ ਮੌਰਗੇਜ ਦਾ ਫਿਰ ਲਾਇਸੈਂਸ ਲਿਆ, ਜਿਹੜਾ ਕਿ UBC ਤੋਂ ਲੈਣਾ ਪੈਂਦਾ, ਟੈਸਟ ਲਿਖਣਾ ਪੈਂਦਾ। ਹੁਣ ਮੈਂ ਲਾਇਸੈਂਸਡ ਮੌਰਗੇਜ ਬ੍ਰੋਕਰ ਹਾਂ ਔਰ ਤਕਰੀਬਨ ਅਸੀਂ 50 ਤੋਂ ਵੱਧ ਬੈਂਕਾਂ ਦੇ ਨਾਲ, ਕ੍ਰੈਡਿਟ ਯੂਨੀਅਨਸ ਦੇ ਨਾਲ ਤੇ ਬਾਕੀ ਲੈਂਡਰਸ ਦੇ ਨਾਲ ਕੰਮ ਕਰਦੇ ਆ ਜੀ। ਵਾਹ ਜੀ ਵਾਹ, ਕੀ ਬਾਤ ਹੈ। ਸੋ ਸਾਰੇ ਜ਼ਿੰਦਗੀ ਦੇ ਤਜਰਬੇ ਦੇਖਣ ਤੋਂ ਬਾਅਦ ਤੁਸੀਂ ਲਾਇਸੈਂਸ ਲੈ ਕੇ ਸਟੱਡੀ ਕਰਕੇ ਇਸ ਪਾਸੇ ਆਏ ਹੋ। ਚੰਗੀ ਗੱਲ ਆ ਕਿ ਤੁਹਾਡਾ ਇੰਟਰਸਟ ਵੀ ਹੈ। ਕਈ ਵਾਰ ਅਸੀਂ ਕਈ ਕੰਮ ਕਰਦੇ ਹਾਂ ਆਪਣੀ ਫਾਈਨੈਂਸ਼ੀਅਲ, ਆਪਣੇ ਘਰ ਨੂੰ ਤੋਰਨ ਦੇ ਲਈ, ਪਰ ਜਿਹੜਾ ਇੱਕ ਇੰਟਰਸਟ ਵੀ ਹੈ, ਬਿਜ਼ਨਸ ਵੀ, ਜਿਹਦੇ 'ਚ ਤੁਹਾਨੂੰ ਦਿਲਚਸਪੀ ਵੀ ਆ ਤੇ ਉਹ ਬਿਜ਼ਨਸ ਕਰਨ ਦਾ ਸਵਾਦ ਹੀ ਕੁਝ ਵੱਖਰਾ ਹੁੰਦਾ ਆ। ਤੇ ਹੁਣ ਜਦੋਂ ਸੁਪਨਿਆਂ ਦੀ ਗੱਲ ਆਉਂਦੀ ਆ,
ਘਰ ਲੈਣਾ ਕਿਸੇ ਨੇ, ਸੋ ਮਾਰਗੇਜ ਲੈਣ ਦੇ ਲਈ ਪਹਿਲੇ ਕਿਹੜੀਆਂ ਜ਼ਰੂਰੀ ਉਹ ਗੱਲਾਂ ਆ ਜਿਹਨਾਂ ਨੂੰ ਸਾਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ? ਜੀ ਬਿਲਕੁਲ, ਦੇਖੋ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਵੀ ਘਰ ਲੈਣ ਦਾ ਸੁਪਨਾ ਜਿਹੜਾ ਬਹੁਤ ਵਧੀਆ ਸੁਪਨਾ ਆ, ਔਰ ਸਾਰਿਆਂ ਨੂੰ ਇਹ ਸੁਪਨਾ ਦੇਖਣਾ ਚਾਹੀਦਾ। ਸੁਪਨੇ ਤਾਂ ਹੀ ਸੱਚ ਹੁੰਦੇ ਨੇ ਜੇ ਆਪਾਂ ਉਹਨਾਂ ਨੂੰ ਦੇਖਦੇ ਹਾਂ, ਫਿਰ ਉਹਦੇ ਲਈ ਆਪਾਂ ਕੋਸ਼ਿਸ਼ ਕਰਦੇ ਹਾਂ। ਜਿਹੜਾ ਵੀ ਬੰਦਾ ਕੈਨੇਡਾ 'ਚ ਆਇਆ, ਸਪੈਸ਼ਲੀ ਜੇ ਪੰਜਾਬੀ ਆ ਜਾਂ ਭਾਰਤ ਤੋਂ ਆਇਆ ਜਾਂ ਹੋਰ ਦੇਸ਼ਾਂ ਤੋਂ ਵੀ ਆਇਆ, ਉਹਨਾਂ ਨੇ ਘਰ ਲੈਣ ਦਾ ਉਹਨਾਂ ਦੀ ਇੱਛਾ ਬਹੁਤ ਵੱਡੀ ਪ੍ਰਬਲ ਇੱਛਾ ਹੁੰਦੀ ਆ, ਪਰ ਇੱਛਾ ਦੀ ਪੂਰਤੀ ਕਰਨ ਲਈ 2-3 ਸਟੈਪ ਨੇ ਜਿਹੜੇ ਜ਼ਰੂਰੀ ਆ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕੋਈ ਵੀ ਚੀਜ਼ ਖਰੀਦਣੀ ਆ, ਉਹਦੇ ਲਈ ਇਹ ਦੇਖਣਾ ਵੀ ਸਾਡਾ ਬਜਟ ਕਿੰਨਾ ਆ। ਜੀ, ਸਾਡਾ ਬਜਟ ਦਾ ਮਤਲਬ ਸਾਡੇ ਕੋਲ ਪੈਸੇ ਸੇਵਿੰਗ ਕਿੰਨੀ ਆ। ਸੋ ਨੰਬਰ 1 ਇੰਪੋਰਟੈਂਟ ਹੈ ਵੀ ਜਿਹੜਾ ਵੀ ਆਪਾਂ ਕੰਮ ਕਰਦੇ ਹਾਂ ਐਜ਼ ਏ ਫੈਮਿਲੀ, ਚਾਹੇ ਹਸਬੈਂਡ ਵਾਈਫ ਹੈ ਜਾਂ ਫੈਮਿਲੀ ਦੇ ਬਾਕੀ ਮੈਂਬਰ ਹੋ ਸਕਦੇ ਨੇ, ਫਾਦਰ ਹੈ, ਮਦਰ ਹੈ, ਹੋਰ ਬੱਚੇ ਨੇ, ਉਹ ਆਪਾਂ ਸੇਵ ਕਰਨ ਦੀ ਆਦਤ ਬਣਾਈਏ। ਹਰ ਮਹੀਨੇ ਕੁਛ ਨਾ ਕੁਛ ਸੇਵਿੰਗ ਜ਼ਰੂਰ ਕਰਨੀ ਆ, ਚਾਹੇ ਉਹ $100 ਹੈ, ਚਾਹੇ $1000 ਹੈ। ਜੇ 6 ਮੈਂਬਰ ਆ, $1000 ਸੇਵ ਕੀਤਾ ਤਾਂ 6000 ਸੇਵ ਹੋ ਗਿਆ, ਤੇ ਜੇ 100 ਸੇਵ ਕੀਤਾ ਤਾਂ 600 ਹੋ ਗਿਆ। ਸੋ ਉਹਨੂੰ ਆਪਾਂ ਟੋਟਲ ਇਕੱਠਾ ਕਰੀਏ, ਕੁਮੂਲੇਟ ਕਰੀਏ। ਨੰਬਰ 1 ਸੇਵਿੰਗ ਹੋਣੀ ਬਹੁਤ ਜ਼ਰੂਰੀ ਹੈ। ਸੋ ਜਿੰਨੀ ਸਾਡੀ ਸੇਵਿੰਗ ਹੈ ਉਹਦੇ ਨਾਲ ਸੈਕੰਡ ਹੈ ਸਾਡੀ ਇਨਕਮ। ਸੋ ਆਪਣੀ ਇਨਕਮ ਹੋਣੀ ਬਹੁਤ ਜ਼ਰੂਰੀ ਹੈ। ਜਿਹੜੇ ਵੀ ਬੰਦੇ ਜੌਬਸ ਕਰ ਰਹੇ ਨੇ ਉਹਨਾਂ ਦੀ ਗੁੱਡ ਇਨਕਮ ਹੋਵੇ, ਉਹਦਾ ਰੈਕਡ ਹੋਵੇ। ਕਈ ਵਾਰ ਬਹੁਤ ਸਾਰੇ ਲੋਕ ਕੈਸ਼ ਕੰਮ ਕਰਦੇ ਆ, ਉਹ ਬੈਂਕ 'ਚ ਪੈਸੇ ਜਾਂਦੇ ਨਹੀਂ, ਬੈਂਕ ਲਈ ਉਹ ਜ਼ੀਰੋ ਇਨਕਮ ਹੈ। ਸੋ ਤੁਹਾਡੀ ਜਿਹੜੀ ਵੀ ਇਨਕਮ ਹੈ, ਈਵਨ ਤੁਸੀਂ ਕੈਸ਼ ਵੀ ਕੰਮ ਕਰਦੇ ਹੋ, ਤੇ ਜੇ ਤੁਸੀਂ ਘਰ ਲੈਣਾ ਉਹ ਕੈਸ਼ ਇਨਕਮ ਨੂੰ ਬੈਂਕ ਦੇ ਵਿੱਚ ਜਮ੍ਹਾਂ ਕਰਾਓ, ਉਹ ਤੁਹਾਡੀ ਇਨਕਮ ਕੰਸੀਡਰ ਹੋ ਜਾਏ, ਕਿਉਂਕਿ ਆਪਾਂ ਬੈਂਕ ਡਿਪੋਜ਼ਿਟ ਦਿਖਾ ਸਕਦੇ ਹਾਂ ਹਰ ਮਹੀਨੇ ਦੇ। ਤੀਜੀ ਚੀਜ਼ ਹੈ ਕ੍ਰੈਡਿਟ ਸਕੋਰ। ਸੋ ਕੈਨੇਡਾ 'ਚ ਆ ਕੇ ਕ੍ਰੈਡਿਟ ਸਕੋਰ ਬਣਾਉਣਾ ਬਹੁਤ ਜ਼ਰੂਰੀ ਆ। ਕਈ ਲੋਕ ਇਹ ਵੀ ਸੋਚ ਲੈਂਦੇ ਨੇ ਕਿ ਸਾਡਾ ਕ੍ਰੈਡਿਟ ਸਕੋਰ ਬਹੁਤ ਵਧੀਆ, ਅਸੀਂ ਨਾ ਤਾਂ ਜੀ ਕਦੀ ਕਾਰ ਲਈ ਆ, ਨਾ ਤਾਂ ਜੀ ਕਦੀ ਕ੍ਰੈਡਿਟ ਕਾਰਡ ਲਿਆ, ਅਸੀਂ ਤਾਂ ਕੋਈ ਕਰਜ਼ਾ ਲਿਆ ਨਹੀਂ, ਸਾਡਾ ਕ੍ਰੈਡਿਟ ਸਕੋਰ ਬਹੁਤ ਵਧੀਆ। ਇਹ ਗਲਤ ਆਸਥਾ ਹੈ, ਗਲਤ ਮਾਨਤਾ ਹੈ। ਜਦ ਤੱਕ ਤੁਸੀਂ ਕੈਨੇਡਾ 'ਚ ਕੋਈ ਲੋਨ ਲੈਂਦੇ ਨਹੀਂ, ਤੁਹਾਡਾ ਕ੍ਰੈਡਿਟ ਬਿਲਡ ਹੁੰਦਾ ਹੀ ਨਹੀਂ। ਸੋ ਇਸ ਕਰਕੇ ਇਹ ਨਾ, ਮੈਨੂੰ ਹੁਣ 3-4 ਸਾਲ ਹੋ ਗਏ, ਲੇਡੀਜ਼ ਦੇ ਲਈ ਇਹ ਬਹੁਤ ਇੱਕ ਇੰਪੋਰਟੈਂਟ ਪੁਆਇੰਟ ਹੈ। ਕੀ ਹੈ ਕਿ ਮੇਲ ਯੂਜੂਅਲੀ ਡੋਮੀਨੇਟ ਕਰਦੇ ਨੇ ਘਰ ਨੂੰ, ਤੇ ਉਹ ਕ੍ਰੈਡਿਟ ਕਾਰਡ ਆਪਣੇ ਨਾਂ ਤੇ ਬਣਾ ਕੇ ਇੱਕ ਸਪਲੀਮੈਂਟਰੀ ਕਾਰਡ ਬਣਾ ਦਿੰਦੇ ਨੇ। ਉਹ ਵਾਈਫ ਦੇ ਨਾਂ ਤੇ ਕਾਰਡ ਹੁੰਦਾ ਹੀ ਨਹੀਂ, ਉਹਦਾ ਕ੍ਰੈਡਿਟ ਤਾਂ ਬਿਲਡ ਹੋਇਆ ਹੀ ਨਾ। ਸੋ ਵਾਈਫ ਦਾ ਜਾਂ ਲੇਡੀ ਦਾ, ਹਰ ਇੱਕ ਬੰਦੇ ਦਾ ਇੱਕ ਅਲੱਗ ਤੋਂ ਕ੍ਰੈਡਿਟ ਕਾਰਡ। ਔਰ ਕਈ ਵਾਰੀ ਹੁੰਦਾ ਕਿ ਇੱਕ ਫੋਨ ਦੀ ਪਲਾਨ ਲੈਂਦੇ ਨੇ ਲੋਕ, ਫੈਮਿਲੀ ਪਲਾਨ ਲੈ ਲਈ। ਉਹ ਜਿਹੜੇ ਫੈਮਿਲੀ ਪਲਾਨ ਹੈ ਉਹਦਾ ਬਿੱਲ ਇੱਕ ਬੰਦੇ ਦੇ ਨਾਂ ਤੇ ਆ ਰਿਹਾ, ਚਾਹੇ ਉਹ ਹਸਬੈਂਡ ਹੈ ਜਾਂ ਵਾਈਫ ਹੈ, ਜੋ ਵੀ ਹੈ। ਬਾਕੀ ਬੰਦਿਆਂ ਦੇ ਨਾਂ ਤੇ ਉਹ ਫੋਨ ਨਹੀਂ ਹੈਗਾ। ਉਹਨਾਂ ਕੋਲ ਫੋਨ ਤਾਂ ਹੈ ਪਰ ਬਿੱਲ ਨਹੀਂ ਉਹ ਦੇ ਰਹੇ। ਇਸ ਕਰਕੇ ਐਜ਼ ਏ ਫੋਨ ਵੀ ਉਹਨਾਂ ਦਾ ਕ੍ਰੈਡਿਟ ਬਿਲਡ ਨਹੀਂ ਹੋ ਰਿਹਾ। ਸੋ ਇਹ ਸਾਨੂੰ ਬੜਾ ਵੱਡਾ ਚੈਲੰਜ ਆਉਂਦਾ। ਜਿੰਨੇ ਵੀ ਮੈਂਬਰਸ ਨੇ ਉਹ ਆਪਣਾ ਕ੍ਰੈਡਿਟ ਬਿਲਡ ਕਰਨ ਲਈ ਆਪਣੇ ਵੱਖਰੇ ਕ੍ਰੈਡਿਟ ਕਾਰਡ, ਆਪਣੇ ਵੱਖਰੇ ਫੋਨ ਬਿੱਲ, ਤੇ ਬਾਕੀ ਜੇ ਛੋਟੀ ਛੋਟੀ ਚੀਜ਼ਾਂ ਹੋਰ ਕਿਤੇ ਉਹ ਲੈ ਰਹੇ ਨੇ ਉਹ ਵੱਖਰੇ ਵੱਖਰੇ ਅਕਾਊਂਟ ਬਣਾਉਣ। ਸੋ 3 ਮੁੱਢਲੀਆਂ ਚੀਜ਼ਾਂ ਦੀ ਜ਼ਰੂਰਤ ਹੈ। ਅੱਛਾ ਕ੍ਰੈਡਿਟ ਹੋਣਾ ਚਾਹੀਦਾ, ਅੱਛੀ ਸੇਵਿੰਗ ਹੋਣੀ ਚਾਹੀਦੀ, ਤੇ ਅੱਛੀ ਜੌਬ ਹੋਣੀ ਚਾਹੀਦੀ। ਕੀ ਬਾਤ ਹੈ। ਉਹਦੇ ਬੇਸ ਤੇ ਫਿਰ ਆਪਾਂ ਪਲਾਨ ਕ੍ਰੈਡਿਟ ਦੀ ਤੁਸੀਂ ਗੱਲ ਕੀਤੀ, ਬੜਾ ਵਧੀਆ ਤੁਸੀਂ ਇੱਕ ਦੱਸਿਆ ਕਿ ਅਸੀਂ ਜੇ ਕੁਝ ਲਵਾਂਗੇ, ਇਹ ਗੱਲ ਵਾਕਿਆ ਮੈਂ ਵੀ ਸੁਣੀ ਹੈ ਕਿ ਘਰ ਦਾ ਇੱਕ ਇਨਸਾਨ ਆਪਣੇ ਨਾਂ ਤੇ ਸਾਰਾ ਕੁਝ ਚਲਾ ਰਿਹਾ ਤੇ ਬਾਕੀਆਂ ਨੂੰ ਉਹ ਨਾਲ ਕਾਰਡ ਬਣਾ ਕੇ ਦੇ ਦਿੱਤੇ, ਪਰ ਹੈਗੇ ਸਾਰੇ ਉਹਦੇ ਨਾਂ ਤੇ ਹੀ ਆ। ਜੀ ਜੀ ਜੀ। ਸੋ ਹੁਣ ਹਸਬੈਂਡ ਦਾ ਕ੍ਰੈਡਿਟ ਤਾਂ ਗੁੱਡ ਆ, ਵਾਈਫ ਦਾ ਕ੍ਰੈਡਿਟ ਹੀ ਹੈ ਨਹੀਂਗਾ। ਤੇ ਗਾਂ ਬੱਚੇ ਆ, ਬੱਚਿਆਂ ਨੂੰ ਅਸੀਂ ਆਪਣੇ ਕੋਲੋਂ ਕਾਰਡ ਦੇ ਦਿੰਦੇ ਆ, ਆਪਣਾ ਕਾਰਡ ਫੜਾ ਦਿੰਦੇ ਆ, ਜਾਂ ਕੈਸ਼ ਪੈਸੇ ਦੇ ਦਿੰਦੇ, ਜਾਂ ਉਹਨਾਂ ਦੇ ਫੋਨ ਬਿੱਲ ਵੀ ਸਾਡੇ ਨਾਂ ਤੇ ਫੈਮਿਲੀ ਪਲਾਨ 'ਚ ਆ ਜਾਂਦੇ ਆ। ਸੋ ਹਰ ਇੱਕ ਬੱਚੇ ਨੂੰ, ਆਪਣੇ ਘਰ ਦੇ ਜੀ ਨੂੰ, ਹਰ ਇੱਕ ਨੂੰ ਉਹਦਾ ਆਪਣਾ ਧਿਆਨ ਰੱਖਣਾ ਪੈਣਾ, ਆਪਣਾ ਕ੍ਰੈਡਿਟ ਸਕੋਰ। ਸੋ ਕਿੰਨਾ ਕੁ ਕ੍ਰੈਡਿਟ ਦੇ ਸਕੋਰ ਸਾਨੂੰ ਚਾਹੀਦੇ ਹੈਗੇ ਆ? ਜੀ ਯੂਜੂਅਲੀ ਜਿਹੜੀਆਂ ਨੈਸ਼ਨਲ ਬੈਂਕਸ ਨੇ 650 ਤੱਕ ਦਾ ਕ੍ਰੈਡਿਟ ਸਕੋਰ ਨੂੰ ਉਹ ਗੁੱਡ ਸਕੋਰ ਮੰਗਦੇ। ਉਸ ਤੋਂ ਉੱਪਰ ਜਿੰਨਾ ਵੀ ਹੈ ਉਹ ਵਧੀਆ ਵਧੀਆ, ਵੈਰੀ ਗੁੱਡ ਹੋ ਗਿਆ, ਐਕਸਲੈਂਟ ਕਹਿੰਦੇ ਨੇ। ਤੇ ਜੇ 650 ਤੋਂ ਘੱਟ ਹੈ ਤੇ ਬਹੁਤ ਸਾਰੀਆਂ ਬੈਂਕਾਂ ਉਹਨਾਂ ਨੂੰ ਲੋਨ ਨਹੀਂ ਦਿੰਦੀਆਂ। ਕਾਫੀ ਬੈਂਕਾਂ ਇਹੋ ਜਿਹੀਆਂ ਨੇ ਜੇ 600 ਤੱਕ ਵੀ ਦੇ ਦਿੰਦੀਆਂ। ਪਰ ਹੁਣ ਤੁਸੀਂ ਆਪ ਸੋਚ ਕੇ ਚੱਲੋ ਵੀ ਜਿਹੜਾ ਤੁਹਾਡੇ ਘੱਟ ਕ੍ਰੈਡਿਟ ਸਕੋਰ ਤੇ ਤੁਹਾਨੂੰ ਲੋਨ ਦੇ ਰਿਹਾ, ਕਿਤੇ ਨਾ ਕਿਤੇ ਤਾਂ ਗੜਬੜ ਕਰੇਗਾ ਨਾ, ਜਾਂ ਤਾਂ ਰੇਟ ਜ਼ਿਆਦਾ ਲਏਗਾ। ਜੀ, ਆਪਾਂ ਕਹਿੰਦੇ ਇੰਟਰਸਟ ਰੇਟ ਵੀ ਸਾਨੂੰ ਘੱਟ ਚਾਹੀਦਾ, ਫਿਰ ਉੱਥੇ ਜੋ ਤੁਹਾਡਾ ਕ੍ਰੈਡਿਟ ਸਕੋਰ ਘੱਟ ਆ, ਇੰਟਰਸਟ ਰੇਟ ਵੱਧ ਜਾਣਾ, ਮਤਲਬ ਲੌਜੀਕਲੀ ਗੱਲ ਹੈ। ਜਾਂ ਫਿਰ ਕਈ ਵਾਰ ਉਹ ਫੀਸ ਵੀ ਪੁਸ਼ ਇਨ ਕਰ ਦਿੰਦੇ ਨੇ ਵੀ ਦੇਖੋ ਤੁਹਾਡਾ ਕ੍ਰੈਡਿਟ ਸਕੋਰ ਘੱਟ ਆ, ਅਸੀਂ ਤੁਹਾਡੇ ਕੋਲ ਫੀਸ ਵੀ ਲਵਾਂਗੇ। ਸੋ ਗੁੱਡ ਸਕੋਰ 650 ਐਂਡ ਅਬਵ ਹੈ। 600 ਤੱਕ ਕੰਮ ਚੱਲ ਸਕਦਾ, ਉਸ ਤੋਂ ਥੱਲੇ ਥੋੜਾ ਜਿਹਾ ਮਾੜਾ ਹੀ ਆ। ਸੋ ਜਾਨੀ ਜਿਹੜੇ ਸਾਡੇ ਬਿੱਲ ਆ ਜਾਂ ਸਾਡੀਆਂ ਕੋਈ ਪੇਮੈਂਟਸ ਆ, ਸਾਨੂੰ ਔਨ ਟਾਈਮ ਉਹ ਸਾਰੀਆਂ ਵਿਦਨ ਉਹ ਜਿਹੜੀ ਡਿਊ ਡੇਟ ਹੁੰਦੀ ਉਹਦੇ 'ਚ ਦੇਣ ਦੀ ਲੋੜ ਆ, ਤਾਂ ਕਿ ਸਾਡਾ ਜਿਹੜਾ ਕ੍ਰੈਡਿਟ ਆ ਉਹ ਬਿਲਕੁਲ ਸਾਫ਼ ਸੁਥਰਾ ਰਵੇ। ਪਤਾ ਤੇ ਸਾਨੂੰ ਹੁੰਦਾ ਕਿ ਅਸੀਂ ਬਿੱਲ ਦੇਣੇ ਹੀ ਆ। ਬਹੁਤੇ ਲੋਕਾਂ ਨੇ ਸਿੱਧੇ ਡਾਇਰੈਕਟ ਹੀ ਬੈਂਕ 'ਚੋਂ ਕਰਾਏ ਹੁੰਦੇ ਆ ਕਿ ਕਈ ਵਾਰੀ ਤੁਹਾਨੂੰ ਚੇਤਾ ਭੁੱਲ ਜਾਂਦਾ ਹੈ। ਉਹ ਵਧੀਆ ਗੱਲ ਹੈ, ਚੰਗੀ ਗੱਲ ਆ ਕਿ ਤੁਸੀਂ ਦੇਣੇ ਤਾਂ ਹੈਗੇ ਹੀ ਆ, ਕਿਉਂਕਿ ਤੁਸੀਂ ਫੋਨ ਵਰਤ ਰਹੇ ਕੰਪਨੀ ਦਾ ਨੰਬਰ, ਤੇ ਤੁਸੀਂ ਫੋਨ ਤਾਂ ਬਿੱਲ ਤਾਂ ਉਹਨਾਂ ਨੂੰ ਦੇਣਾ ਹੀ ਦੇਣਾ। ਸੋ ਸਾਨੂੰ ਟਾਈਮ ਸਿਰ ਦੇਣੇ ਚਾਹੀਦੇ ਤਾਂ ਕਿ ਸਾਡੇ ਕ੍ਰੈਡਿਟ ਤੇ ਇਫੈਕਟ ਨਾ ਪਵੇ। ਜੀ, ਮੈਂ ਇੱਕ ਹੋਰ ਇੱਥੇ ਟਿਪ ਦੇਣੀ ਚਾਹੁੰਦਾ ਆ ਵੀ ਜਿਹੜੇ ਲੋਕ ਕ੍ਰੈਡਿਟ, ਜਿਵੇਂ ਤੁਸੀਂ ਵੀ ਐਗਜ਼ਾਮਪਲ ਦਿੱਤੀ ਹੈ ਕਿ ਸਾਡੇ ਕੋਲ ਫੋਨ ਨੇ ਜਾਂ ਸਾਡੇ ਕੋਲ ਕ੍ਰੈਡਿਟ ਕਾਰਡਸ ਨੇ, ਕਾਸਕੋ ਦਾ ਕਾਰਡ ਹੈ ਜਾਂ ਕੋਈ ਹੋਰ ਕਾਰਡ ਹੋ ਸਕਦਾ, ਉਹਦੇ ਆਪਾਂ ਬਿੱਲ ਟਾਈਮ ਤੇ ਦਿੰਦੇ ਆ।
ਪਰ ਕਈ ਵਾਰ ਕੀ ਹੁੰਦਾ ਵੀ ਆਪਾਂ ਸ਼ਾਪਿੰਗ ਕਰਨ ਗਏ ਆ ਤੇ ਉੱਥੇ ਉਹਨਾਂ ਨੇ ਕਿਹਾ ਕਿ ਇਹ ਪੈਨ ਲੈ ਲਓ ਜੀ, ਇੱਕ ਫਾਰਮ ਅਸੀਂ ਭਰ ਰਹੇ ਹਾਂ ਤੁਹਾਡੇ ਲਈ ਕ੍ਰੈਡਿਟ ਕਾਰਡ ਦਾ। ਆਪਾਂ ਫਾਰਮ ਭਰਦੇ ਹਾਂ ਪਰ ਆਪਾਂ ਤੇ ਗਲਤ ਐਡਰੈਸ ਜਾਣ ਕੇ ਕਈ ਵਾਰ ਭਰ ਦਿੰਦੇ ਆ, ਗਲਤ ਇਨਫੋਰਮੇਸ਼ਨ ਭਰ ਦਿੰਦੇ ਨੇ ਕਈ ਲੋਕ ਵੀ ਸਾਨੂੰ ਕਾਰਡ ਆਵੇ ਨਾ ਪੈਨ ਲੈ ਕੇ ਆਪਾਂ ਘਰ ਚਲ ਜਾਈਏ। ਪਰ ਸਮ ਹਾਓ ਕਈ ਵਾਰ ਤੁਹਾਡਾ ਸਿਨ ਨੰਬਰ ਸਹੀ ਭਰਿਆ ਜਾਂਦਾ ਜਾਂ ਤੁਹਾਡੀ ਕੁਝ ਇਨਫੋਰਮੇਸ਼ਨ ਸਹੀ ਹੁੰਦੀ ਹੈ, ਉਹ ਕ੍ਰੈਡਿਟ ਕਾਰਡ ਬਣ ਕੇ ਗਲਤ ਐਡਰੈਸ ਤੇ ਚਲੇ ਜਾਂਦਾ ਔਰ ਉਸ ਦੀ ਕਈ ਵਾਰ ਮਿਨੀਮਮ $50 ਫੀਸ ਹੁੰਦੀ ਹੈ, ਉਹ ਤੁਹਾਡੇ ਅਕਾਊਂਟ ਤੇ ਪੈ ਜਾਂਦੀ ਹੈ। ਹੁਣ ਤੁਹਾਨੂੰ ਨਾ ਤਾਂ ਕ੍ਰੈਡਿਟ ਕਾਰਡ ਮਿਲਿਆ ਨਾ ਤੁਹਾਡੇ ਕੋਲ ਬਿੱਲ ਆਇਆ, ਉਹ $50 ਤੁਹਾਡੇ ਇੱਕ ਮਹੀਨੇ ਦੇ ਤੁਸੀਂ ਪੇ ਨਹੀਂ ਕੀਤੇ, ਅਗਲੇ ਮਹੀਨੇ 40 ਉੱਤੇ ਇੰਟਰਸਟ ਲੱਗ ਗਿਆ, 50 ਦੇ 100 ਬਣ ਗਏ, 200 ਬਣ ਗਏ। ਤੁਹਾਨੂੰ ਲੱਗ ਰਿਹਾ ਮੇਰਾ ਕ੍ਰੈਡਿਟ ਬਹੁਤ ਵਧੀਆ, ਪਰ ਉਹ ਇੱਕ ਦੀ ਚੀਜ਼ ਜਿਹੜੀ ਛੋਟੀ ਜਿਹੀ ਦੀ ਗਲਤੀ ਕੀਤੀ ਸੀ ਉਹ ਤੁਹਾਡਾ ਕ੍ਰੈਡਿਟ ਡੈਮੇਜ ਕਰੀ ਜਾਂਦੀ ਦੂਜੇ ਪਾਸੇ। ਸੋ ਟਿਪ ਇਹ ਹੈ ਕਿ ਬਹੁਤ ਸਾਰੀਆਂ ਫ੍ਰੀ ਵੈਬਸਾਈਟਸ ਨੇ, ਕ੍ਰੈਡਿਟ ਕਰਮਾ ਹੋਰ ਬਹੁਤ ਸਾਰੀਆਂ, ਵੀ ਆਪਣੇ ਕ੍ਰੈਡਿਟ ਨੂੰ ਮੋਨੀਟਰ ਕਰੋ। ਨਹੀਂ ਤਾਂ ਸਾਲ ਦੇ ਵਿੱਚ ਇੱਕ ਵਾਰ ਆਪਣਾ ਕ੍ਰੈਡਿਟ ਜ਼ਰੂਰ ਚੈੱਕ ਕਰੋ, ਆਨਲਾਈਨ ਜਾ ਕੇ ਆਪਣਾ ਅਕਾਊਂਟ ਬਣਾ ਕੇ। ਕੋਈ ਇਦਾਂ ਦੀ ਚੀਜ਼ ਤੁਹਾਡੇ ਕ੍ਰੈਡਿਟ ਤੇ ਲੱਗੀ ਹੋਈ ਹੈ, ਜਾਂ ਤੁਸੀਂ ਆਪਣੇ ਦੋਸਤ ਦੇ ਨਾਲ ਗਏ ਹੋ ਫੋਨ ਲੈਣ, ਐਗਜ਼ਾਮਪਲ ਦੇ ਰਹੇ ਹਾਂ, ਜਾਂ ਆਪਣੇ ਦੋਸਤ ਨਾਲ ਗਏ ਹੋ ਕਾਰ ਲੈਣ, ਉੱਥੇ ਦੋਸਤ ਨਵਾਂ ਸੀਗਾ ਤੇ ਉਹਨੂੰ ਫੋਨ ਉਹ ਕਰੇ ਨਹੀਂ ਤੇਰਾ ਕੁਝ ਵੀ ਹੈਗਾ ਸਰਚ 'ਚ ਨਹੀਂ ਆ ਰਿਹਾ, ਤੁਸੀਂ ਕਹਿੰਦੇ ਮੇਰੀ ਗਰੰਟੀ ਪਾ ਲਾ ਕੋਈ ਗੱਲ ਨਹੀਂ, ਬੈਨੀਫੀਸ਼ੀਅਰੀ ਕਰ ਦਿੰਦੇ ਹੋ ਨਾਲ। ਉਹ ਹੁਣ ਉਹ ਤੁਹਾਡੇ ਨਾਂ ਤੇ ਬੋਲ ਗਿਆ, ਦੋਸਤ ਨੇ ਬਿੱਲ ਨਹੀਂ ਦਿੱਤਾ, ਉਹ ਤੁਹਾਡੇ ਨਾਂ ਤੇ ਉਧਰੋਂ ਆ ਗਿਆ। ਜੇ ਤੁਸੀਂ ਉਹਦੀ ਗਰੰਟੀ ਪਾਈ ਆ ਮਤਲਬ ਬਿੱਲ ਦੇਣ ਦੀ ਜ਼ਿੰਮੇਵਾਰੀ ਤੁਹਾਡੀ ਬਣ ਗਈ। ਤੁਹਾਨੂੰ ਲੱਗ ਰਿਹਾ ਮੇਰਾ ਕ੍ਰੈਡਿਟ ਵਧੀਆ, ਪਰ ਉਹ ਇੱਕ ਦੋਸਤ ਦੇ ਕਾਰਨ ਜਾਂ ਇੱਕ ਦੂਜੇ ਬੰਦੇ ਦੇ ਕਾਰਨ ਤੁਹਾਡਾ ਕ੍ਰੈਡਿਟ ਖਰਾਬ ਹੋ ਰਿਹਾ ਔਰ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ। ਸੋ ਇਸ ਕਰਕੇ ਆਪਣਾ ਕ੍ਰੈਡਿਟ ਘੱਟੋ ਘੱਟ ਸਾਲ 'ਚ ਇੱਕ ਵਾਰ, ਤੇ ਜੇ ਜ਼ਿਆਦਾ ਵਾਰ ਕਰ ਸਕਦੇ ਹੋ ਜ਼ਿਆਦਾ ਵਧੀਆ, ਚੈੱਕ ਜ਼ਰੂਰ ਕਰੋ। ਕੀ ਬਾਤ ਹੈ, ਵੈਰੀ ਨਾਈਸ। ਕਿ ਬੈਨੀਫੀਸ਼ਰੀ ਅਸੀਂ ਕਿਸੇ ਦੇ ਵੀ ਬਣ ਜਾਂਦੇ ਆ, ਕੋਈ ਗੱਡੀ ਲੈ ਰਿਹਾ, ਸਾਡੇ ਪਰਿਵਾਰਕ ਮੈਂਬਰਾਂ ਦਾ ਚਲੋ ਮੰਨਿਆ, ਪਰ ਕਈ ਵਾਰੀ ਤੁਸੀਂ ਕਿਸੇ ਦੋਸਤ ਮਿੱਤਰ ਦੇ ਬੈਨੀਫੀਸ਼ਰੀ ਬਣ ਜਾਂਦੇ ਆ ਤੇ ਉਹ ਵੀ ਤੁਹਾਡੀ ਕ੍ਰੈਡਿਟ ਨੂੰ ਢਾਹ ਲਾ ਸਕਦਾ ਹੈ। ਤੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਮਾਰਗੇਜ ਦੇ ਲਈ ਬਹੁਤ ਜ਼ਿਆਦਾ ਪਹਿਲੇ ਨਾਲੋਂ ਸਟ੍ਰਿਕਟ ਬਹੁਤ ਜ਼ਿਆਦਾ ਹੈਗਾ ਕਾਨੂੰਨ। ਹੁਣ ਪਹਿਲਾਂ ਨਾਲੋਂ ਜ਼ਿਆਦਾ ਹਾਰਡ ਹੋ ਗਿਆ ਲੋਕਾਂ ਦੇ ਲਈ। ਪਹਿਲਾਂ ਘਰ ਲੈਣਾ ਬਹੁਤ ਸੌਖਾ ਸੀ, ਹਾਂਜੀ, ਹੁਣ ਘਰ ਲੈਣਾ ਬਹੁਤ ਔਖਾ ਹੋ ਗਿਆ। ਸਹੀ ਗੱਲ ਹੈ। ਸੋ ਇੱਕ ਸਟ੍ਰੈਸ ਟੈਸਟ ਆ, ਉਹ ਕੀ ਹੁੰਦਾ ਉਹਦੇ ਬਾਰੇ ਪਹਿਲਾਂ ਦੱਸੋ ਜੀ। ਜਿਹੜਾ ਸਟ੍ਰੈਸ ਟੈਸਟ ਹੈ ਬੈਂਕ ਆਫ ਕੈਨੇਡਾ ਤੁਹਾਨੂੰ ਚੈੱਕ ਕਰਦੀ ਹੈ। ਲੈਟਸ ਸੇ ਅੱਜ ਦਾ ਜਿਹੜਾ ਪ੍ਰਾਈਮ ਰੇਟ 2.45 ਚੱਲ ਰਿਹਾ, ਪਰ ਬੈਂਕ ਤੁਹਾਨੂੰ ਚੈੱਕ ਕਰਦੀ ਆ ਅੱਜ ਦਾ ਜਿਹੜਾ ਸਟ੍ਰੈਸ ਟੈਸਟ ਰੇਟ ਹੈ 5.25 ਹੈ, 5.25%। ਰੇਟ ਤਾਂ ਉਹਨਾਂ ਨੇ 2.5% ਦੇਣਾ, ਪਰ ਚੈੱਕ ਤੁਹਾਨੂੰ 5.25 ਤੇ ਕਰ ਰਹੇ ਨੇ। ਉਹ ਇਸ ਕਰਕੇ ਚੈੱਕ ਕਰ ਰਹੇ ਨੇ ਵੀ ਜਿਹੜੀ ਤੁਹਾਡੀ ਇਨਕਮ ਆ, ਜੇ ਕਿਤੇ ਕੱਲ੍ਹ ਨੂੰ ਰੇਟ ਆਫ ਇੰਟਰਸਟ ਵੱਧ ਜਾਂਦਾ ਤੁਸੀਂ ਉਹਨੂੰ ਚੱਲ ਪਾਓਗੇ ਜਾਂ ਤੁਸੀਂ ਪੇਮੈਂਟ ਨਹੀਂ ਦੇ ਪਾਓਗੇ। ਇਹ ਜਦੋਂ ਦਾ US ਦੇ ਵਿੱਚ ਬੈਂਕਰਪਸੀਆਂ ਹੋ ਗਈਆਂ ਸਨ, ਖਰਾਬੀ ਹੋ ਗਈ ਸੀ, ਉਸ ਤੋਂ ਬਾਅਦ ਰਿਸੈਸ਼ਨ ਆ ਗਿਆ ਸੀਗਾ। ਸੋ ਇਹ ਸਟ੍ਰੈਸ ਟੈਸਟ ਸ਼ੁਰੂ ਹੋਇਆ, ਉਹ ਅਜੇ ਵੀ ਚੱਲ ਰਿਹਾ। ਸੋ ਡੈਫੀਨੇਟਲੀ ਜਿਹੜੇ ਕਿ ਨਾਰਮਲ ਇਨਕਮ ਵਾਲੇ ਲੋਕ ਨੇ ਉਹਨਾਂ ਵਾਸਤੇ ਸਟ੍ਰੈਸ ਟੈਸਟ ਹਰਟ ਕਰਦਾ, ਪਰ ਬਟ ਸਟਿਲ ਉਹਨੂੰ ਕੁਆਲੀਫਾਈ ਕਰਨ ਲਈ ਅਸੀਂ ਕਈ ਵਾਰ ਤੁਹਾਡੀਆਂ ਹੋਰ ਅਦਰ ਇਨਕਮਸ ਯੂਜ਼ ਕਰ ਸਕਦੇ ਹੁੰਦੇ ਹਾਂ। ਇੱਕ ਤਾਂ ਤੁਹਾਡੀ ਜੌਬ ਇਨਕਮ ਹੈ, ਕਈ ਵਾਰ ਆਪਣੇ ਹੋਰ ਅਦਰ ਇਨਕਮਸ ਵੀ ਹੁੰਦੀਆਂ। ਸੋ ਉਹਨਾਂ ਨੂੰ ਕੈਲਕੂਲੇਟ ਕਰਕੇ ਆਪਾਂ ਕੁਆਲੀਫਾਈ ਕਰ ਜਾਂਦੇ ਹਾਂ। ਤੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਫਸਟ ਟਾਈਮ ਬਾਇਰਸ ਅਕਸਰ ਜਦੋਂ ਹੁਣ ਘਰ ਦੇ ਵਿੱਚ ਪੇਰੈਂਟਸ ਨੇ ਘਰ ਲੈ ਲਿਆ, ਹਸਬੈਂਡ ਵਾਈਫ ਨੇ ਘਰ ਲਿਆ, ਤੇ ਹੁਣ ਬੱਚੇ ਉਹਨਾਂ ਦੇ ਵੱਡੇ ਹੋ ਗਏ ਆ ਤੇ ਉਹ ਚਾਹੁੰਦੇ ਆ ਕਿ ਬੱਚਿਆਂ ਨੂੰ ਵੀ ਲੈ ਕੇ ਦੇਣਾ, ਪਰ ਉਹ ਕਹਿੰਦੇ ਕਿ ਜਦੋਂ ਬੱਚੇ ਦੀ ਉਮਰ ਹੋ ਜਾਊਗੀ ਬੱਚੇ ਦੇ ਨਾਂ ਤੇ ਲਵਾਂਗੇ, ਕਿਉਂਕਿ ਉਹ ਫਸਟ ਟਾਈਮ ਬਾਇਰ ਆ। ਸੋ ਫਸਟ ਟਾਈਮ ਬਾਇਰ ਦੇ ਕੀ ਬੈਨੀਫਿਟਸ ਹੈਗੇ ਆ, ਉਹਦੇ ਬਾਰੇ ਥੋੜਾ ਜਿਹਾ ਦੱਸੋ। ਡੈਫੀਨੇਟਲੀ ਫਸਟ ਟਾਈਮ ਹੋਮ ਬਾਇਰ ਨੂੰ ਕੁਝ ਬੈਨੀਫਿਟਸ ਦਿੱਤੇ ਗਏ ਨੇ। ਇੱਕ ਤਾਂ ਇਹ ਹੈ ਵੀ ਜਦੋਂ ਆਪਾਂ ਰਹਿਣ ਵਾਸਤੇ ਕਰ ਲੈਂਦੇ ਹਾਂ, ਦੇਖੋ ਹੁਣ ਇਹ ਵੀ ਬਹੁਤ ਖਿਆਲ ਰੱਖਣਾ, ਫਸਟ ਟਾਈਮ ਬਾਇਰ ਕਿਤੇ ਘਰ ਰੈਂਟ ਵਾਸਤੇ ਤਾਂ ਨਹੀਂ ਲੈ ਰਹੇ। ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਕਿ ਬੱਚੇ ਹੋ ਗਏ ਵੱਡੇ ਤੇ ਪੇਰੈਂਟਸ ਸੋਚਦੇ ਵੀ ਚਲੋ ਇੱਕ ਘਰ ਹੋਰ ਲੈ ਲਈਏ, ਪਰ ਉਹ ਘਰ ਦਾ ਕਰਨਾ ਕੀ ਹੈ, ਰੈਂਟ ਤੇ ਦੇਣਾ। ਸੋ ਇੱਥੇ ਆਪਾਂ ਇਨ ਰਿਐਲਿਟੀ ਉਹ ਬੱਚਾ ਆਪਣੇ ਲਈ ਘਰ ਨਹੀਂ ਲੈ ਰਿਹਾ, ਉਹ ਬਿਜ਼ਨਸ ਲਈ ਲੈ ਰਿਹਾ, ਜਿਹੜਾ ਕਿ ਐਜ਼ ਏ ਰੈਂਟਲ ਬਿਜ਼ਨਸ ਕੰਸੀਡਰ ਹੋਣਾ। ਸੋ ਜਦੋਂ ਆਪਾਂ ਰੈਂਟਲ ਪ੍ਰਾਪਰਟੀ ਲੈਂਦੇ ਆ ਉੱਤੇ ਆਪਾਂ ਨੂੰ ਬੈਨੀਫਿਟ ਨਹੀਂ ਹੈ। ਰਹਿਣ ਵਾਸਤੇ ਪ੍ਰਾਪਰਟੀ ਜੇ ਲੈਣੀ ਆ, ਪਹਿਲੀ ਵਾਰ ਜੇ ਲੈਣੀ ਹੈ, ਬੱਚੇ ਨੇ ਮੂਵ ਆਊਟ ਹੋਣਾ ਹੈ ਉਸ ਘਰ ਦੇ ਵਿੱਚ, ਕੌਂਡੋ ਹੋ ਸਕਦਾ, ਅਪਾਰਟਮੈਂਟ ਹੋ ਸਕਦਾ, ਕਈ ਵਾਰ ਬੱਚੇ ਵਿਕਟੋਰੀਆ ਪੜ੍ਹਨ ਜਾ ਰਹੇ ਨੇ, 5 ਲੱਖ ਤੱਕ ਦਾ ਜੇ ਘਰ ਲੈਂਦੇ ਨੇ ਨਾ ਜੀ ਬੱਚੇ, ਵੱਡਾ ਕੋਈ ਵੀ ਪਹਿਲੀ ਵਾਰ, ਉਹਨਾਂ ਨੂੰ ਜਿਹੜਾ ਪ੍ਰਾਪਰਟੀ ਟਰਾਂਸਫਰ ਟੈਕਸ ਆ ਉਹ ਵੇਵ ਹੋ ਜਾਂਦਾ। ਸੋ 2% ਪ੍ਰਾਪਰਟੀ ਟਰਾਂਸਫਰ ਟੈਕਸ ਆ ਮੋਟੇ ਤੌਰ ਤੇ, ਪਹਿਲੇ 2 ਲੱਖ ਤੇ 1%, ਬਾਕੀ ਸਾਰੇ ਲੱਖ ਤੇ 2%। ਸੋ 5 ਲੱਖ ਦਾ ਜੇ ਆਪਾਂ ਕਰ ਲੈਂਦੇ ਹਾਂ ਤਕਰੀਬਨ $8,000 ਪ੍ਰਾਪਰਟੀ ਟੈਕਸ ਬਣਦਾ। ਸੋ ਉਹਨਾਂ ਨੂੰ ਇਹ ਵੇਵ ਹੋ ਜਾਏਗਾ। ਦੂਜੀ ਚੀਜ਼ ਹੈ ਜੇ ਪਹਿਲੀ ਵਾਰ ਘਰ ਲੈ ਰਹੇ ਹੋ ਤਾਂ ਬੈਂਕਾਂ ਬਹੁਤ ਸਾਰੀਆਂ ਤੁਹਾਨੂੰ 5% ਡਾਊਨ ਪੇਮੈਂਟ ਨਾਲ ਵੀ ਘਰ ਦੇ ਦਿੰਦੀਆਂ, ਕੁਆਲੀਫਾਈ ਕਰ ਦਿੰਦੀਆਂ ਮੌਰਗੇਜ ਨਾਲ, ਕਿਉਂਕਿ ਕੈਨੇਡੀਅਨ ਗਵਰਨਮੈਂਟ, ਕੈਨੇਡੀਅਨ ਬੈਂਕਸ ਚਾਹੁੰਦੀ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਰਹਿਣ, ਆਪਣੇ ਘਰ ਲੈਣ, ਉਹ ਆਪਣੀਆਂ ਪ੍ਰਾਪਰਟੀਜ਼ ਬਾਏ ਕਰਨ। ਪਰ ਜਦੋਂ ਇਹ ਸਿਚੁਏਸ਼ਨ ਆ ਜਾਂਦੀ ਹੈ ਤੁਹਾਡੀ ਰੈਂਟਲ ਪ੍ਰਾਪਰਟੀਜ਼ ਤੇ ਸੈਕੰਡ, ਥਰਡ, ਫੋਰਥ ਪ੍ਰਾਪਰਟੀ ਦੀ ਗੱਲਬਾਤ ਆਉਂਦੀ ਹੈ, ਉਦੋਂ ਫਿਰ ਚੀਜ਼ਾਂ ਇਹ ਵਰਕ ਨਹੀਂ ਕਰਦੀਆਂ। ਤੁਹਾਨੂੰ ਯੂਜ਼ਲੀ 20% ਦੇਣਾ ਪੈਂਦਾ, ਯੂਜ਼ਲੀ ਤੁਹਾਡੇ ਇੰਟਰਸਟ ਰੇਟ ਉਨੇ ਲੋ ਨਹੀਂ ਹੁੰਦੇ ਕਿਉਂਕਿ ਉਹ ਰੈਂਟਲ ਪ੍ਰਾਪਰਟੀ ਹੈ ਜੀ। ਤੇ ਹੁਣ ਜਦੋਂ ਮਾਰਗੇਜ ਕਈ ਲੋਕ ਲੈ ਲੈਂਦੇ ਆ ਤੇ ਹੁਣ ਇੱਕ ਫਿਕਸ ਰੇਟ ਲੈ ਲੈਂਦੇ, ਕਈ ਉਹਨੂੰ ਫਿਕਸ ਕਰਵਾ ਲੈਂਦੇ ਆ, ਕਈ ਉਹਨੂੰ ਓਪਨ ਰੱਖਦੇ ਆ, ਇਹਦਾ ਕੀ ਫਰਕ ਆ? ਇਹ ਕਿਵੇਂ ਵਰਕ ਕਰਦੀਆਂ ਹੈਗੀਆਂ, ਕੀ ਬੈਨੀਫਿਟ ਹੈ ਇਹਨੂੰ ਸਾਡੇ? ਜੀ, ਸੋ ਇਹ ਟਰਮ ਜਿਹੜੀ ਇਹਨੂੰ ਕਹਿੰਦੇ ਵੇਰੀਏਬਲ ਰੇਟਸ ਤੇ ਫਿਕਸ ਰੇਟ।
ਜਿਹੜਾ ਵੇਰੀਏਬਲ ਉਹਨੂੰ ਆਪਾਂ ਓਪਨ ਕਹਿ ਸਕਦੇ ਹਾਂ। ਜਿਹੜਾ ਵੇਰੀਏਬਲ ਹੈ ਵੈਸੇ ਵੇਰੀਏਬਲ ਫਿਕਸ ਕਿਹਾ ਜਾਂਦਾ। ਫਿਕਸ ਦਾ ਮਤਲਬ ਇਹ ਹੈ ਵੀ ਤੁਹਾਨੂੰ ਇੱਕ ਟਰਮ ਦਿੱਤੀ ਹੈ 5 ਸਾਲ ਦੀ। ਕੈਨੇਡਾ ਦੇ ਵਿੱਚ 25 ਜਾਂ 30 ਸਾਲ ਦਾ ਲੋਨ ਹੁੰਦਾ, ਪਰ ਉਹਦੀ ਇੱਕ ਟਰਮ 5 ਸਾਲ ਤੋਂ ਵੱਧ ਨਹੀਂ ਦਿੱਤੀ ਜਾਂਦੀ। ਸੋ 5 ਸਾਲ ਦੀ ਯੂਜ਼ਲੀ 10 ਸਾਲ ਦੀ ਵੀ ਹੁੰਦੀ ਹੈ, ਪਰ ਉਹ ਬਹੁਤ ਹੀ ਘੱਟ ਹੈ। ਸੋ 5 ਸਾਲ ਦੀ ਟਰਮ ਹੈ। ਜੇ ਤੁਸੀਂ ਵੇਰੀਏਬਲ ਰੇਟ ਆਫ ਇੰਟਰਸਟ ਲੈਂਦੇ ਹੋ, ਉਹ ਫਿਕਸ ਤਾਂ 5 ਸਾਲ ਲਈ ਹੋਏਗਾ, ਪਰ ਜੇ ਪ੍ਰਾਈਮ ਰੇਟ ਵਧੇਗਾ ਤੇ ਜੇ ਤੁਹਾਨੂੰ ਪ੍ਰਾਈਮ -1 ਮਿਲਿਆ ਹੈ ਫੋਰ ਐਗਜ਼ਾਮਪਲ, ਸੋ 2.5 -1 ਹੋ ਗਿਆ 1.5 ਜਾਂ 1.45। ਜੇ ਪ੍ਰਾਈਮ ਰੇਟ 2.45 ਤੋਂ 1% ਵੱਧ ਗਿਆ, ਮੰਨ ਲਓ 3 ਤੇ ਪਹੁੰਚ ਜਾਂਦਾ ਹੈ, ਸੋ ਤੁਹਾਡੀ ਜਿਹੜੀ ਮੌਰਗੇਜ ਆ, ਜਿਹੜਾ ਉਹਦਾ ਰੇਟ ਹੈ ਉਹ ਵੀ 1% ਨਾਲ ਉੱਪਰ ਜਾਏਗਾ। ਸੋ ਜਿਵੇਂ ਜਿਵੇਂ ਪ੍ਰਾਈਮ ਰੇਟ ਵਧੇਗਾ ਵੇਰੀਏਬਲ ਰੇਟ ਵੱਧਦਾ ਜਾਏਗਾ, ਤੇ ਜੇ ਉਹ ਘਟੇਗਾ ਘਟਦਾ ਵੀ ਜਾਏਗਾ। ਫਿਕਸ ਜਿਹੜਾ ਆ ਉਹ ਤੁਹਾਨੂੰ ਇੰਨਾ ਸਸਤਾ ਨਹੀਂ ਮਿਲੇਗਾ, ਕਿਉਂਕਿ ਉਹਦੇ ਵਿੱਚ ਬੈਂਕ ਤੁਹਾਨੂੰ 5 ਸਾਲ ਲਈ ਤੁਹਾਡੇ ਨਾਲ ਬੱਝ ਰਹੀ ਹੈ। ਇਸ ਕਰਕੇ ਫਿਕਸ ਦਾ ਪ੍ਰਾਈਮ ਰੇਟ ਨਾਲ ਕੋਈ ਲਿੰਕ ਨਹੀਂ। ਜੇ ਪ੍ਰਾਈਮ ਰੇਟ ਵਧੇਗਾ ਉਹਨੇ ਵਧਣਾ ਨਹੀਂ, ਜੇ ਘਟੇਗਾ ਉਹਨੇ ਘਟਣਾ ਨਹੀਂ, ਪਰ ਇਨੀਸ਼ੀਅਲੀ ਤੁਹਾਨੂੰ ਉਹ ਰੇਟ ਜ਼ਿਆਦਾ ਲੱਗਦਾ। ਤੇ ਹੁਣ ਅਸੀਂ ਕਹਿੰਦੇ ਆ ਕਿ ਬਹੁਤ ਸਾਰੀਆਂ ਬੈਂਕਾਂ ਵੱਖਰੇ ਵੱਖਰੇ ਰੇਟ ਦੇ ਰਹੀਆਂ ਹੈਗੀਆਂ, ਔਰ ਤੁਸੀਂ ਹੁਣ ਇਸ ਇੰਡਸਟਰੀ 'ਚ ਹੋ, ਤੁਹਾਨੂੰ ਪਤਾ ਕਿ 50 ਤੋਂ ਵੱਧ ਬੈਂਕਾਂ ਨਾਲ ਤਾਂ ਤੁਸੀਂ ਡੀਲ ਕਰਦੇ ਹੋ, ਤੇ ਕਈ ਵਾਰੀ ਕਿਸੇ ਦਾ ਕ੍ਰੈਡਿਟ ਇੰਨਾ ਮਾੜਾ ਆ, ਹੁਣ ਕਈ ਬੈਂਕਾਂ ਤਾਂ ਉਹਨਾਂ ਨੂੰ ਦੇ ਨਹੀਂ ਰਹੀਆਂ ਹੈਗੀਆਂ, ਪਰ ਉਹ ਪ੍ਰਾਈਵੇਟ ਮੌਰਗੇਜ ਲੈ ਲੈਂਦੇ ਆ। ਸੋ ਉਹਦੇ ਵਿੱਚ ਕੀ ਫਰਕ ਆ, ਉਹ ਕਿੰਨਾ ਕਿ ਡਿਫਰੈਂਟ ਹੁੰਦਾ ਦੂਜੀਆਂ ਬੈਂਕਾਂ ਨਾਲੋਂ, ਤੇ ਉਹਦੀਆਂ ਕੀ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ? ਆਈ ਥਿੰਕ ਇਹ ਬਹੁਤ ਗੁੱਡ ਕੁਐਸਚਨ ਹੈ। ਇਹਦੇ 'ਚ ਬਹੁਤ ਸਾਰੇ ਲੋਕ ਕਨਫਿਊਜ਼ ਹੋ ਜਾਂਦੇ ਨੇ। ਦੇਖੋ ਹੁਣ ਜਦੋਂ ਆਪਾਂ ਪ੍ਰਾਈਵੇਟ ਦੀ ਗੱਲ ਕਰਦੇ ਹਾਂ, ਇਹਦੇ 'ਚ ਵੀ ਅੱਗੇ 2-3 ਕੈਟੇਗਰੀ ਸੀ। ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ। ਪਹਿਲਾਂ ਤਾਂ ਹੈ ਵੀ ਜਨਰਲੀ ਆਪਾਂ ਬੈਂਕ ਤੋਂ ਮੌਰਗੇਜ ਲੈਂਦੇ ਹਾਂ। ਉਹ ਕੋਈ ਵੀ ਨਾਮੀ ਬੈਂਕ ਹੋ ਸਕਦੀ ਹੈ, RBC, CIBC, BMO, ਕੋਸਟ ਕੈਪੀਟਲ, ਵੈਨ ਸਿਟੀ, ਕੁਛ ਵੀ ਹੋ ਸਕਦਾ। ਜਿਹੜੇ ਲੋਕ ਉੱਥੇ ਅਪਰੂਵ ਨਹੀਂ ਹੁੰਦੇ, ਚਾਹੇ ਉਹਨਾਂ ਦਾ ਕ੍ਰੈਡਿਟ ਖਰਾਬ ਹੈ ਜਾਂ ਉਹਨਾਂ ਦੇ ਕੋਲ ਡੈਟ ਜ਼ਿਆਦਾ ਹੈ, ਜ਼ਿਆਦਾ ਚੀਜ਼ਾਂ ਆ, ਤੇ ਉਹ ਬੈਂਕ ਉਹਨਾਂ ਨੂੰ ਕਹਿੰਦੀ ਨਹੀਂ ਤੁਸੀਂ ਰਿਸਕ ਤੇ ਆ ਥੋੜ੍ਹਾ ਜਿਹਾ, ਫਿਰ ਆਪਾਂ ਬੀ ਲੈਂਡਰਸ ਕੋਲ ਜਾਂਦੇ ਹਾਂ, ਜਿਨ੍ਹਾਂ ਨੂੰ ਕਈ ਲੋਕ ਪ੍ਰਾਈਵੇਟ ਸਮਝਦੇ ਨੇ। ਉਹ ਪ੍ਰਾਈਵੇਟ ਨਹੀਂ ਹੈ, ਉਹ ਬੀ ਲੈਂਡਰਸ ਨੇ। ਬੀ ਲੈਂਡਰਸ ਮਤਲਬ ਵੀ ਬੈਂਕ ਨਾਲੋਂ ਥੋੜ੍ਹਾ ਜ਼ਿਆਦਾ ਰਿਸਕ ਲੈ ਲੈਂਦੇ ਆ ਉਹ, ਪਰ ਉਹ ਰੇਟ ਆਫ ਇੰਟਰਸਟ ਜ਼ਿਆਦਾ ਲਾਉਂਦੇ ਆ, ਉਹ ਫੀਸ ਵੀ ਲੈਂਦੇ ਆ। ਸੋ ਜੇ ਮੇਰੇ ਵਰਗਾ ਬ੍ਰੋਕਰ ਉਹਨਾਂ ਨਾਲ ਕੰਮ ਕਰ ਰਿਹਾ, ਕਿਉਂਕਿ ਜਦੋਂ ਅਸੀਂ ਬੈਂਕ ਨਾਲ ਕੰਮ ਕਰਦੇ ਹਾਂ ਬੈਂਕ ਸਾਨੂੰ ਕਮਿਸ਼ਨ ਦਿੰਦੀ ਆ, ਪਰ ਜਦੋਂ ਅਸੀਂ ਬੀ ਲੈਂਡਰ ਨਾਲ ਕੰਮ ਕਰਦੇ ਹਾਂ ਉਹ ਸਾਨੂੰ ਕਮਿਸ਼ਨ ਨਹੀਂ ਦਿੰਦੇ। ਉਹ ਸਾਡੇ ਨਾਲ ਜਿਹੜਾ ਉਹਨਾਂ ਨੇ ਲੈਂਡਿੰਗ ਫੀਸ ਲਈ ਹੈ ਉਹ ਸ਼ੇਅਰ ਕਰਦੇ ਨੇ। ਸੋ ਇੱਕੋ ਫੀਸ ਲੈਣਗੇ ਤੁਹਾਨੂੰ ਮੌਰਗੇਜ ਦੇਣ ਦੀ, ਜਦ ਕਿ ਬੈਂਕ ਨਹੀਂ ਫੀਸ ਕੋਈ ਲੈਂਦਾ। ਉਹ ਜਿਹੜੀ ਫੀਸ ਹੋਏਗੀ ਉਹਦੇ 'ਚੋਂ ਸਾਨੂੰ ਪੈਸੇ ਦੇਣਗੇ, ਉਹਦੇ 'ਚੋਂ ਖੁਦ ਪੈਸੇ ਰੱਖਣਗੇ, ਕਿਉਂਕਿ ਅਸੀਂ ਵੀ ਕੰਮ ਕਰ ਰਹੇ ਹਾਂ, ਉਹ ਵੀ ਕੰਮ ਕਰ ਰਹੇ। ਇਹ ਮੈਂ ਸੌਰੀ ਤੁਹਾਡੀ ਗੱਲ ਕੱਟਦੀ ਆ, ਇਹ ਜਿਹੜੀ ਫੀਸ ਆ ਇਹ 1 ਟਾਈਮ ਆ ਜਾਂ ਕਿ ਓਕੇ 1 ਟਾਈਮ? ਠੀਕ ਹੈ, ਇਹ ਲੋਨ ਦੇਣ ਵੇਲੇ ਫੀਸ ਹੁੰਦੀ ਆ। ਸੋ ਉਹ ਬੀ ਲੈਂਡਰ ਜਿਹੜੇ ਨੇ ਗੁੱਡ ਰੇਟ ਤੇ ਦੇ ਦਿੰਦੇ ਨੇ। ਬੀ ਲੈਂਡਰ ਕੁੱਡ ਵੀ, ਜੇ ਆਪਾਂ ਅੱਜ ਦੀ ਗੱਲ ਕਰੀਏ ਵੀ 2.45 ਪ੍ਰਾਈਮ ਰੇਟ ਹੈ, ਹੋ ਸਕਦਾ ਉਹ 4% ਤੁਹਾਨੂੰ ਮੌਰਗੇਜ ਦੇਣਗੇ। ਕੰਪੈਰੀਟਿਵ ਜੇ ਆਪਾਂ ਪ੍ਰਾਈਵੇਟ ਮਾਰਕੀਟ ਲੋਕਾਂ ਤੋਂ ਪੈਸੇ ਲੈਣੇ ਆ, ਉਹਦੀ ਕੰਪੇਅਰ ਕਰਦੇ ਹਾਂ ਕਾਫੀ ਘੱਟ ਹੈ। ਅੱਜ ਦੀ ਰੇਟ ਦੇ ਵਿੱਚ 8 ਤੋਂ 12% ਲੋਕ ਚਾਰਜ ਕਰ ਜਾਂਦੇ ਨੇ। ਸੋ ਜੇ ਆਪਾਂ ਨੂੰ ਬੀ ਲੈਂਡਰ ਤੋਂ ਮਿਲ ਜਾਂਦਾ ਆ, ਬੈਂਕ ਤੋਂ ਨਹੀਂ ਮਿਲ ਰਿਹਾ, ਉਹ ਵਧੀਆ ਆ, ਉਹ ਲੈ ਲੈਣਾ ਚਾਹੀਦਾ। ਉਹ ਇੰਨਾ ਜ਼ਿਆਦਾ ਨਹੀਂ ਹੁੰਦਾ। ਲੈਂਡਿੰਗ ਫੀ ਜ਼ਰੂਰ ਹੈ, ਇੱਕ ਵਾਰੀ ਆਪਾਂ ਦੇਣੀ ਪੈਣੀ ਹੈ। 7 ਲੱਖ 8 ਲੱਖ ਦਾ ਘਰ ਹੈ ਤੇ ਹਰਟ ਤਾਂ ਹੁੰਦੀ ਹੈ, ਪਰ ਉਹ ਫੀ ਦੇ ਕੇ ਵੀ ਜੇ ਸਾਡਾ ਕੰਮ ਬਣਦਾ ਹੈ ਤਾਂ ਠੀਕ ਹੈ। ਦੂਸਰੇ ਪ੍ਰਾਈਵੇਟ ਲੈਂਡਰ ਤੇ ਹੁਣ ਆਪਾਂ ਆਉਂਦੇ, ਜਿਹੜਾ ਤੁਹਾਡਾ ਕੁਐਸਚਨ ਸੀਗਾ, ਉਹ ਹੁੰਦੇ ਨੇ ਜਾਂ ਤਾਂ ਲੋਕਾਂ ਨੇ ਮਿਕ ਬਣਾਈਆਂ ਹੋਈਆਂ ਨੇ, ਗਰੁੱਪ ਇਕੱਠਾ ਹੋ ਗਿਆ, ਉਹਨਾਂ ਨੇ ਆਪਣੀ ਇੱਕ ਮਿਕ ਬਣਾ ਲਈ, ਇੱਕ ਗਰੁੱਪ ਬਣਾ ਲਿਆ, ਉਹ ਗਰੁੱਪ ਦੇ ਵਿੱਚੋਂ ਫਿਰ ਉਹ ਲੈਂਡਿੰਗ ਕਰਦੇ ਨੇ। ਉਹ ਥੋੜ੍ਹੇ ਜਿਹੇ ਮਹਿੰਗੇ ਹੁੰਦੇ ਨੇ, ਉਹ ਵੀ ਫੀਸ ਚਾਰਜ ਕਰਦੇ ਨੇ, ਉਹ ਵੀ ਇੰਟਰਸਟ ਚਾਰਜ ਕਰਦੇ ਨੇ, ਪਰ ਉਹ ਬੀ ਲੈਂਡਰਸ ਨਾਲੋਂ ਜ਼ਿਆਦਾ ਇੰਟਰਸਟ ਹੋਏਗਾ। ਫੀਸ ਥੋੜ੍ਹੀ ਜ਼ਿਆਦਾ ਵੀ ਹੋ ਸਕਦੀ ਹੈ, ਸੇਮ ਵੀ ਹੋ ਸਕਦੀ ਹੈ, ਕੇਸ ਟੂ ਕੇਸ ਤੇ ਡਿਫਰੈਂਸ ਹੈ। ਤੀਜੀ ਚੀਜ਼ ਹੈਗੀ ਪ੍ਰਾਈਵੇਟ ਲੈਂਡਰ ਦੇ ਵਿੱਚ ਪ੍ਰਾਈਵੇਟ ਬੰਦੇ। ਮੰਨ ਲਓ ਵੀ ਆਪਾਂ ਪਾਇਲ ਸੈਂਟਰ ਦੀ ਗੱਲ ਕਰ ਲਈਏ ਜਾਂ ਕਿਸੇ ਵੀ ਬਿਜ਼ਨਸ ਦੀ ਗੱਲ ਕਰ ਲਈਏ, ਉੱਥੇ ਲੋਕ ਨੇ ਜਿਹੜੇ ਦੂਜੇ ਬਿਜ਼ਨਸ ਕਰ ਰਹੇ ਨੇ, ਪਰ ਉਹਨਾਂ ਕੋਲ ਨਾਲ ਨਾਲ ਕੈਸ਼ ਵੀ ਹੈਗੇ ਆ, ਪੈਸੇ ਜ਼ਿਆਦਾ ਨੇ, ਤੇ ਉਹ ਫਿਰ ਪਰਸਨਲੀ ਵੀ ਲੋਕਾਂ ਨੂੰ ਲੋਨ ਦੇ ਦਿੰਦੇ ਨੇ। ਹੁਣ ਜਿਹੜਾ ਬੰਦਾ ਪਰਸਨਲ ਲੋਨ ਦੇ ਰਿਹਾ, ਕਿਉਂਕਿ ਪੈਸੇ ਤਾਂ ਬੈਂਕ ਤੋਂ ਹੀ ਲਾਈਨ ਆਫ ਕ੍ਰੈਡਿਟ ਚੱਕ ਕੇ ਦੇ ਰਿਹਾ ਜਾਂ ਕੁਛ ਹੋਰ ਕਰ ਰਿਹਾ, ਸੋ ਜਿੰਨੇ ਦੀ ਉਹਨੇ ਲਾਈਨ ਆਫ ਕ੍ਰੈਡਿਟ ਚੱਕੀ ਆ ਉੱਥੇ ਉਹਨੇ ਵੀ ਇੰਟਰਸਟ ਦੇਣਾ, ਉਹਦੇ ਵਿੱਚ ਉਹ ਫਿਰ ਮੋਟੇ ਪੈਸੇ ਪਾਏਗਾ, ਇੰਟਰਸਟ ਦੇ ਜ਼ਿਆਦਾ, ਸੋ ਜ਼ਿਆਦਾ ਇੰਟਰਸਟ ਲਏਗਾ। ਸੋ ਜਦੋਂ ਉਹ ਪ੍ਰਾਈਵੇਟ ਲੈਂਡਰ ਵਿੱਚ ਕਿੱਕ ਇਨ ਕਰ ਜਾਏਗਾ, ਉਹਦਾ ਵਿਆਜ ਬਾਕੀਆਂ ਸਾਰਿਆਂ ਨਾਲੋਂ ਜ਼ਿਆਦਾ ਹੋਊਗਾ ਤੇ ਫੀਸ ਵੀ ਜ਼ਿਆਦਾ ਹੋਊਗੀ। ਸੋ ਫਾਇਦਾ ਸਾਨੂੰ ਕਿਹੜੀ ਲੈਣ 'ਚ ਮੌਰਗੇਜ, ਅਸੀਂ ਜਿੱਦਾਂ ਪ੍ਰਾਈਵੇਟ ਆ ਜਾਂ ਅਸੀਂ ਬੈਂਕਾਂ ਤੋਂ? ਹੁਣ ਬੈਂਕ 'ਚੋਂ ਅਪਰੂਵ ਨਹੀਂ ਹੋਈ, ਉਹਨੂੰ ਆਪਣੇ ਕ੍ਰੈਡਿਟ ਨੂੰ ਬੈਂਕ 'ਚ ਕੀ ਸਾਨੂੰ ਹੋਰ ਕਰਕੇ ਬੈਟਰ ਕਰਨਾ ਚਾਹੀਦਾ ਕਿ ਸਾਨੂੰ ਬੈਂਕ ਤੋਂ ਹੀ ਮਿਲ ਜਾਏ, ਸਾਨੂੰ ਇੰਨੀ ਮੋਟੀ ਜਿਹੜੀ ਫੀਸ ਨਾ ਦੇਣੀ ਪਵੇ ਤੇ ਇੰਨਾ ਹਾਈ ਇੰਟਰਸਟ ਨਾ ਪੇ ਕਰਨਾ ਪਵੇ? ਬਹੁਤ ਗੁੱਡ ਕੁਐਸਚਨ ਹੈ। ਇਹਦੇ ਆਨਸਰ ਦੋ ਤਰ੍ਹਾਂ ਬਣਦੇ ਨੇ। ਪਹਿਲਾ ਆਨਸਰ ਤਾਂ ਇਹ ਹੈ ਵੀ ਤੁਹਾਨੂੰ ਬਹੁਤ ਅੱਛੀ ਡੀਲ ਮਿਲ ਰਹੀ ਹੈ। ਅੱਜ ਦੀ ਡੇਟ ਦੇ ਵਿੱਚ ਐਗਜ਼ਾਮਪਲ ਹੀ ਆਪਾਂ ਲੈਂਦੇ ਹਾਂ, ਕੋਈ ਪ੍ਰਾਪਰਟੀ 12 ਲੱਖ ਦੀ ਮਿਲਦੀ ਹੈ, ਉਹੀ ਪ੍ਰਾਪਰਟੀ ਸਾਨੂੰ 11 ਦੀ ਮਿਲ ਰਹੀ ਹੈ, ਪਰ ਦੂਜੇ ਪਾਸੇ ਸਾਨੂੰ ਬੈਂਕ ਲੋਨ ਨਹੀਂ ਦੇ ਰਿਹਾ, ਪਰ ਸਾਨੂੰ $1,00,000 ਬਚ ਰਿਹਾ ਸਾਡੀ ਕੋਈ ਛੋਟੀ ਮੋਟੀਆਂ ਚੀਜ਼ਾਂ ਕਰਕੇ। ਮੰਨ ਲਓ ਕਾਰ ਲੋਨ ਹੈ ਤੁਹਾਡੇ ਸਿਰ ਤੇ, ਜਾਂ ਟਰੱਕ ਲੋਨ ਹੈ ਜਿਹੜਾ ਤੁਸੀਂ ਪੇ ਆਫ ਵੀ ਨਹੀਂ ਕਰ ਸਕਦੇ ਫॉर ਸਮ ਰੀਜ਼ਨ, ਉਹਦੇ ਲਈ ਫਿਰ ਤੁਹਾਡੇ ਕੋਲ ਸ਼ਾਰਟ ਟਾਈਮ ਲਈ ਤੁਹਾਨੂੰ ਪੈਸੇ ਚਾਹੀਦੇ ਨੇ, ਕਿਉਂਕਿ ਡੀਲ ਅੱਛੀ ਮਿਲ ਰਹੀ ਹੈ ਤੁਹਾਨੂੰ, ਔਰ ਡੀਲ ਵੀ ਤੁਹਾਨੂੰ 1-2 ਮਹੀਨੇ 'ਚ ਹੀ ਕੰਪਲੀਟ ਕਰਨ ਦੀ ਲੋੜ ਹੈ। ਇੱਦਾਂ ਦੀ ਸਿਚੁਏਸ਼ਨ ਆਉਂਦੀ ਹੈ। ਉਸ ਟਾਈਮ ਮੈਂ ਕਹਿੰਦਾ ਕਿ ਬੀ ਲੈਂਡਰ ਕੋਲ ਪੈਸੇ ਲੈਣੇ ਜਾਇਜ਼ ਨੇ,
ਈਵਨ ਪ੍ਰਾਈਵੇਟ ਤੋਂ ਵੀ ਲੈਣੇ ਜਾਇਜ਼ ਨੇ, ਕਿਉਂਕਿ ਤੁਹਾਡਾ ਜੇ ਖਰਚਾ ਘੱਟ ਹੈ ਤੇ ਪ੍ਰੋਫਿਟ ਜ਼ਿਆਦਾ ਆ। ਆਪਾਂ ਦੇਖਣਾ ਵੀ ਨੁਕਸਾਨ ਤੇ ਫਾਇਦਾ, ਜੇ ਘੱਟ ਨੁਕਸਾਨ ਨਾਲ ਜ਼ਿਆਦਾ ਫਾਇਦਾ ਹੁੰਦਾ ਫਿਰ ਆਪਾਂ ਲੈ ਸਕਦੇ ਹਾਂ, ਕੋਈ ਨਹੀਂ। ਉਹ ਜਿਹੜਾ ਤੁਸੀਂ 1 ਸਾਲ ਲਈ ਲੈ ਲਓ, ਉਹਨੂੰ 1 ਸਾਲ ਦੇ ਆਪਣੇ ਖਰਚੇ ਕੈਲਕੂਲੇਟ ਕਰ ਲਓ। ਲੈਟਸ ਸੇ ਵੀ ਤੁਹਾਨੂੰ $1,00,000 ਦਾ ਫਾਇਦਾ ਹੋ ਰਿਹਾ, ਤੁਹਾਡੇ 1 ਸਾਲ ਦੇ ਖਰਚੇ 20 ਜਾਂ 25,000 ਦੇ ਹੋ ਰਹੇ ਆ, ਆਈ ਥਿੰਕ ਸਟਿਲ ਯੂ ਆਰ ਸੇਵਿੰਗ $75,000। ਪਰ ਉਹ 1 ਸਾਲ ਨੂੰ ਹੁਣ ਆਪਾਂ ਯੂਜ਼ ਕਰਨਾ ਆ ਕਿ 1 ਸਾਲ ਦੇ ਵਿੱਚ ਅਸੀਂ ਆਪਣੇ ਬਾਕੀ ਚੀਜ਼ਾਂ ਪੇ ਆਫ ਕਰ ਦਈਏ। ਜੇ ਸਾਡੀ ਕ੍ਰੈਡਿਟ ਦੀ ਗੱਲਬਾਤ ਹੈ ਉਹਨੂੰ ਠੀਕ ਕਰ ਲਈਏ, ਜੇ ਸਾਡੀ ਕਿਸੇ ਕ੍ਰੈਡਿਟ ਕਾਰਡ ਦੇ ਬਿੱਲ ਨਹੀਂ ਸੀ ਪੇ ਹੋਏ ਉਹ ਪ੍ਰੋਪਰਲੀ ਪੇ ਕਰ ਦਈਏ, ਤਾਂ ਕਿ ਸਾਲ ਤੋਂ ਬਾਅਦ ਅਸੀਂ ਬੈਂਕ ਤੋਂ ਮੌਰਗੇਜ ਲੈ ਸਕੀਏ। ਹੁਣ ਉਹ ਤੁਹਾਨੂੰ ਪਤਾ ਕਿਵੇਂ ਲੱਗਣਾ, ਉਹਦੇ ਲਈ ਤੁਹਾਨੂੰ ਮੈਨੂੰ ਕਾਲ ਕਰਨੀ ਪੈਣੀ ਆ, ਮੇਰੇ ਨਾਲ ਬੈਠਣਾ ਪੈਣਾ, ਕਿਉਂਕਿ ਇਹ ਚੀਜ਼ 1 ਮਿੰਟ ਵਿੱਚ ਸਮਝਾਉਣ ਵਾਲੀ ਨਹੀਂ। ਉਹਦੇ ਲਈ ਤੁਹਾਡਾ ਪੂਰਾ ਆਪਾਂ ਨੂੰ ਰੈਕਟ ਦੇਖਣਾ ਪਏਗਾ, ਕ੍ਰੈਡਿਟ ਵੀ ਦੇਖਣਾ ਪੈ ਸਕਦਾ, ਫਿਰ ਆਪਾਂ ਉਹਦਾ ਇੱਕ ਹੱਲ ਵਧੀਆ ਕੱਢ ਸਕਦੇ ਹਾਂ ਕਿ ਜ਼ਿਆਦਾ ਫਾਇਦਾ ਲੈਣ ਲਈ ਆਪਾਂ ਤਿਆਰੀ ਕਰ ਲਈਏ। 1 ਸਾਲ ਦੀ ਤਿਆਰੀ ਆਪਾਂ ਪ੍ਰੋਪਰ ਕਰਦੇ ਹਾਂ। ਇਹ ਬਹੁਤ ਕਾਮਨ ਕੇਸ ਨੇ ਜਿਹੜੇ ਮਾਰਕੀਟ ਦੇ ਵਿੱਚ ਆਉਂਦੇ ਨੇ, ਜਦੋਂ ਬੰਦਿਆਂ ਨੂੰ ਨਹੀਂ ਪਤਾ ਹੁੰਦਾ। ਤੁਸੀਂ ਸੱਚ ਮੰਨਿਓ ਭੈਣ ਜੀ, ਲੋਕਾਂ ਨੇ $1,00,000 ਦੇ ਟਰੱਕ ਲਏ ਹੋਏ ਨੇ ਲੀਜ਼ ਦੇ ਉੱਤੇ ਜਾਂ ਲੋਨ ਦੇ ਉੱਤੇ। ਉਹ $1,00,000 ਦਾ ਜਿਹੜਾ ਉਹ ਟਰੱਕ ਲੈ ਲੈਂਦੇ ਨੇ ਤੇ ਘਰ ਨਹੀਂ ਸੀ ਲਏ, ਜਾਂ ਉਹਨਾਂ ਨੇ ਘਰ ਛੋਟੇ ਲਏ ਤਾਂ ਹੁਣ ਵੱਡੇ ਜਾਣਾ ਚਾਹੁੰਦੇ, ਟਾਊਨ ਹਾਊਸ ਹੈ ਤਾਂ ਘਰ ਜਾਣਾ ਚਾਹੁੰਦੇ। ਉਹ ਇੰਨਾ ਕੁ ਡੈਮੇਜ ਕਰਦਾ ਉਹਨਾਂ ਦੇ ਲੋਨ ਨੂੰ, ਉਹਨਾਂ ਨੂੰ ਲੋਨ ਹੀ ਨਹੀਂ ਮਿਲਦਾ, ਕਿਉਂਕਿ $1,00,000 ਦੀਆਂ ਕਿਸ਼ਤਾਂ ਜਿਹੜੀਆਂ ਨੇ 1,000-1,500 ਦੀ ਜਿਹੜੀ ਕਿਸ਼ਤ ਆ, ਇੱਧਰਲੇ ਪਾਸੇ $3,00,000 ਦੀ ਕਿਸ਼ਤ ਬਣਦੀ ਆ ਮੌਰਗੇਜ ਦੇ ਵਿੱਚ, ਤੇ ਉਹ ਉਹਨਾਂ ਨੂੰ ਮੌਰਗੇਜ ਨਹੀਂ ਮਿਲਦੀ। ਫਿਰ ਅਸੀਂ ਉਹਨਾਂ ਨੂੰ ਇਹ ਕਹੀਦਾ ਵੀ ਓਕੇ, ਹੁਣ ਤੁਸੀਂ ਜੇ ਉਹ ਟਰੱਕ ਵੇਚਦੇ ਨੇ ਤਾਂ ਬਹੁਤ ਸਸਤਾ ਵਿਕਦਾ। ਵੀ ਮੈਂ ਹਮੇਸ਼ਾ ਇਹ ਕਿਹਾ ਕਰਦਾ ਵੀ ਸਭ ਤੋਂ ਪਹਿਲਾਂ ਜੇ ਤੁਹਾਡੀ ਇੱਛਾ ਕੀ ਹੈ, ਵੀ ਤੁਸੀਂ ਘਰ ਲੈਣ ਦੀ ਇੱਛਾ ਜਾਂ ਵੱਡੀ ਗੱਡੀ ਲੈਣ ਦੀ ਇੱਛਾ। ਜੇ ਤਾਂ ਵੱਡੀ ਗੱਡੀ ਲੈਣ ਦੀ ਇੱਛਾ ਆ, ਫਿਰ ਘਰ ਦੀ ਇੱਛਾ ਨੂੰ ਇਹ ਦੱਬ ਕੇ ਰੱਖੋ, ਫਿਰ ਦੇਰ ਬਾਅਦ ਕਰ ਲਿਓ। ਤੇ ਜੇ ਤੁਹਾਡੀ ਘਰ ਲੈਣ ਦੀ ਇੱਛਾ, ਫਿਰ ਆਪਣੀ ਗੱਡੀ ਦੀ ਇੱਛਾ ਨੂੰ ਦੱਬ ਕੇ ਰੱਖੋ, ਪਹਿਲਾਂ ਘਰ ਲੈ ਲਓ, ਉਹਦੀ ਮੌਰਗੇਜ ਕਰਾ ਲਓ, ਗੱਡੀ ਤੁਹਾਡੀ ਹੋਈ ਜਾਣੀ ਆ, ਕਿਉਂਕਿ ਗੱਡੀ ਦੀਆਂ ਪੇਮੈਂਟਸ ਵੱਡੀਆਂ ਹੋਇਆ ਕਰਦੀਆਂ। ਘਰ ਦੀ ਮੌਰਗੇਜ ਨਹੀਂ ਹੋਣੀ ਜੇ ਅਸੀਂ ਗੱਡੀ ਲਈ ਆ। ਸੋ ਗੱਡੀ ਤੇ ਘਰ 'ਚੋਂ ਇੱਕ ਚੀਜ਼ ਚੂਜ਼ ਕਰੋ ਪਹਿਲਾਂ, ਉਹ ਲਓ, ਫਿਰ ਦੂਜੀ ਚੀਜ਼ ਬਾਅਦ 'ਚ ਲਓ। ਕੀ ਬਾਤ ਹੈ। ਸੋ ਗੱਲਾਂ ਬਹੁਤ ਸਾਰੀਆਂ ਨੇ ਜਿਹੜੀਆਂ ਵਿਨੇ ਜੀ, ਜਿਨ੍ਹਾਂ ਤੇ ਬਹੁਤ ਡੀਪਲੀ ਗੱਲਬਾਤ ਕਰਨ ਦੀ ਸਾਨੂੰ ਲੋੜ ਆ, ਪਰ ਤੁਸੀਂ ਅੱਜ ਬਹੁਤ ਥੋੜੇ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਟਿਪਸ ਤੇ ਬਹੁਤ ਵਧੀਆ ਗੱਲਾਂ ਕੀਤੀਆਂ। ਸੋ ਜਾਣ ਤੋਂ ਪਹਿਲਾਂ ਕੀ ਮੈਸੇਜ ਦਓਗੇ ਸਾਡੇ ਪਰਿਵਾਰਾਂ ਨੂੰ? ਜੀ, ਮੈਂ ਸਾਰੇ ਪਰਿਵਾਰਾਂ ਨੂੰ ਜਿੱਥੋਂ ਆਪਾਂ ਗੱਲਬਾਤ ਸ਼ੁਰੂ ਕੀਤੀ ਉੱਥੇ ਫਿਰ ਦੁਬਾਰਾ ਲਿਆਉਣਾ ਚਾਹੁੰਦਾ। ਘਰ ਲੈਣ ਦੀ ਇੱਛਾ ਬੜੀ ਵਧੀਆ ਇੱਛਾ, ਜ਼ਰੂਰ ਪਲਾਨ ਕਰੋ। ਉਹਦੀ ਪਲੈਨਿੰਗ ਤੁਸੀਂ ਜਿੱਦਣ ਵੀ ਤੁਹਾਡੇ ਮਨ 'ਚ ਇੱਛਾ ਸ਼ਕਤੀ ਜਾਗਦੀ ਹੈ, ਮੈਨੂੰ ਕਾਲ ਕਰੋ 604 782 7624 ਤੇ ਮੇਰੇ ਨਾਲ ਬੈਠ ਕੇ ਡਿਸਕਸ ਕਰੋਗੀ ਪਲੈਨਿੰਗ ਆਪਾਂ ਕਿਵੇਂ ਕਰਨੀ ਹੈ, ਆਪਾਂ ਸੇਵਿੰਗ ਕਿੰਨੀ ਹੈ ਤੁਹਾਡੇ ਕੋਲ, ਕਿੱਦਾਂ ਤੁਹਾਡੀ ਜੌਬਸ ਨੇ, ਉਹਦੇ ਬੇਸ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਤੁਸੀਂ ਕਿੰਨੀ ਕੁ ਮੌਰਗੇਜ ਲਈ ਕੁਆਲੀਫਾਈ ਕਰਦੇ ਹੋ, ਤਾਂ ਕਿ ਤੁਸੀਂ ਉੱਦਾਂ ਦੀਆਂ ਫਿਰ ਚੀਜ਼ਾਂ ਦੇਖਣੀਆਂ ਸ਼ੁਰੂ ਕਰੋ। ਫੋਰ ਐਗਜ਼ਾਮਪਲ, ਜੇ ਤੁਸੀਂ ਕੁਆਲੀਫਾਈ ਕਰਦੇ ਹੋ ਇੱਕ ਟਾਊਨ ਹਾਊਸ ਲਈ ਤੇ ਤੁਸੀਂ ਘਰ ਦੇਖ ਰਹੇ ਹੋ ਵੱਡੇ 12 14 15 ਲੱਖ ਦੇ, ਉਹ ਟਾਈਮ ਵੇਸਟੇਜ ਹੀ ਹੈ। ਤੁਸੀਂ ਜੇ 5-7 ਲੱਖ ਲਈ ਕੁਆਲੀਫਾਈ ਕਰਦੇ ਹੋ ਤਾਂ ਉੱਦਾਂ ਦੀ ਚੀਜ਼ ਦੇਖੀਏ, ਉਹਦੇ 'ਚ ਆਪਾਂ ਮੂਵ ਹੋਈਏ, ਸਾਲ 2 ਸਾਲ ਬਾਅਦ ਫਿਰ ਆਪਾਂ ਵੱਡੇ ਘਰ ਦੇ ਵਿੱਚ ਜਾਈਏ। ਦੂਜੀ ਚੀਜ਼ ਇਹ ਹੈ ਵੀ ਤੁਸੀਂ ਕਈ ਵਾਰ ਮਾਰਕੀਟ ਦੇ ਵਿੱਚ ਆਪਾਂ ਇੱਦਾਂ ਹੀ ਗੱਲ ਸੁਣਦੇ ਹਾਂ, ਕਿਸੇ ਦੋਸਤ ਦੀ ਸਲਾਹ ਲੈ ਲੈਂਦੇ ਹਾਂ ਜਾਂ ਕਿਸੇ ਹੋਰ ਦੀ ਜਿਹਨੂੰ ਪੂਰੀ ਨੌਲੇਜ ਨਹੀਂ ਹੁੰਦੀ, ਥੋੜ੍ਹੀ ਨੌਲੇਜ ਤਾਂ ਹੋ ਸਕਦੀ ਹੈ, ਤੇ ਉਹਨਾਂ ਦੀਆਂ ਗੱਲਾਂ ਤੇ ਯਕੀਨ ਸੁਣੋ, ਉਹਨਾਂ ਦੀਆਂ ਵੀ ਗੱਲਾਂ, ਪਰ ਨਾਲ ਦੀ ਨਾਲ ਕਿਸੇ ਵੀ ਮੌਰਗੇਜ ਬ੍ਰੋਕਰ ਨੂੰ ਜਾਂ ਮੈਨੂੰ ਜਾਂ ਹੋਰ ਜਿਹੜੇ ਵੀ ਤੁਹਾਡੇ ਲਿੰਕ ਦੇ ਵਿੱਚ ਨੇ ਉਹਨਾਂ ਨੂੰ ਇੱਕ ਕਾਲ ਕਰ ਲਓ, ਕਾਲ ਕਰਕੇ ਸਲਾਹ ਲੈ ਕੇ ਆਪਣੀ ਪਲੈਨਿੰਗ ਸ਼ੁਰੂ ਕਰ ਲਓ। ਨੰਬਰ 3, ਆਪਣਾ ਕ੍ਰੈਡਿਟ 'ਤੇ ਧਿਆਨ ਜ਼ਰੂਰ ਦਿਓ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕ੍ਰੈਡਿਟ 'ਤੇ ਧਿਆਨ ਦੇਣਾ, ਕ੍ਰੈਡਿਟ ਇੱਕ ਵਾਰ ਖਰਾਬ ਹੋ ਗਿਆ ਉਹਨੂੰ ਬਿਲਡ ਕਰਨ ਲਈ ਕਈ ਸਾਲ ਲੱਗ ਜਾਂਦੇ ਨੇ। ਨੰਬਰ 4, ਇਹ ਬਹੁਤ ਇੰਪੋਰਟੈਂਟ ਗੱਲ ਹੈ, ਮੇਰੇ ਨਾਲ ਰੀਸੈਂਟਲੀ ਕੇਸ ਹੋਇਆ। ਕਈ ਵਾਰ ਆਪਣੇ ਲੋਨ ਬਹੁਤ ਥੋੜ੍ਹੇ ਜਿਹੇ ਹੁੰਦੇ ਨੇ 20-30 ਹਜ਼ਾਰ ਦੇ, ਔਰ ਸਾਨੂੰ ਨਹੀਂ ਪਤਾ ਜਾਂ ਸਾਡੇ ਸਿਰ 'ਤੇ ਕਰਜ਼ਾ ਚੜ੍ਹ ਗਿਆ, ਅਤੇ ਕਈ ਇਹੋ ਜਿਹੀਆਂ ਮਸ਼ਹੂਰੀਆਂ ਵੀ ਮਾਰਕੀਟ 'ਚ ਆਉਂਦੀਆਂ ਵੀ ਅਸੀਂ ਤੁਹਾਨੂੰ ਸਾਡਾ ਲੋਨ ਮਾਫ ਕਰਾ ਦਾਂਗੇ। ਉਹ ਤੋਂ ਵੀ ਥੋੜ੍ਹਾ ਬਚਣ ਦੀ ਲੋੜ ਹੈ, ਕਿਉਂਕਿ ਜਦੋਂ ਲੋਨ ਮਾਫ ਹੁੰਦਾ ਨਾ ਉਦੋਂ ਬੈਂਕਰਪਸੀ ਡਿਕਲੇਅਰ ਹੋ ਜਾਂਦੀ ਹੈ ਜਾਂ ਕੰਸੋਲੀਡੇਸ਼ਨ ਹੋ ਜਾਂਦੀ ਹੈ। ਇੱਕ ਵਾਰ ਤੁਹਾਡੇ ਕ੍ਰੈਡਿਟ ਰੈਕਡ ਦੇ ਉੱਤੇ ਕੰਸੋਲੀਡੇਸ਼ਨ ਜਾਂ ਬੈਂਕਰਪਸੀ ਆ ਗਈ, 7 ਸਾਲ ਲਈ ਤੁਸੀਂ ਫਸ ਜਾਂਦੇ ਹੋ, 7 ਸਾਲ ਮੌਰਗੇਜ ਨਹੀਂ ਮਿਲਦੀ ਫਿਰ। ਸੋ ਜੇ 20-30 ਹਜ਼ਾਰ ਦੀ ਗੱਲ ਹੈ, ਉਹਦਾ ਹੱਲ ਸ਼ਾਇਦ ਆਪਾਂ ਕਿਸੇ ਦੋਸਤ ਤੋਂ, ਕਿਸੇ ਰਿਸ਼ਤੇਦਾਰ ਤੋਂ ਕਰ ਸਕਦੇ ਹਾਂ, ਕਿਸੇ ਹੋਰ ਥਰਡ ਪਾਰਟੀ ਤੋਂ ਆਪਾਂ ਪੈਸੇ ਲੈ ਕੇ ਉਹ ਕਰਜ਼ਾ ਲਾ ਸਕਦੇ ਹਾਂ, ਉਹ ਕ੍ਰੈਡਿਟ ਕਾਰਡ ਜਿਹੜਾ ਨਹੀਂ ਸੀ ਤੁਸੀਂ ਮੋੜ ਪਾਏ ਉਹ ਮੋੜ ਸਕਦੇ ਹਾਂ। ਪਰ ਜੇ ਤੁਹਾਡੇ ਇੱਕ ਵਾਰ ਰੈਕਟ ਦੇ ਉੱਤੇ ਉਹ ਨਿਸ਼ਾਨ ਲੱਗ ਗਿਆ ਬੈਂਕਰਪਸੀ ਦਾ, ਉਹ ਬਹੁਤ ਸਾਲ ਡੈਮੇਜ ਕਰਦਾ, ਇਹ ਤੋਂ ਬਚੋ। ਜੀ, ਥੈਂਕ ਯੂ ਵੈਰੀ ਮਚ ਫॉर योर टाइम, ਤੇ ਨੈਕਸਟ ਟਾਈਮ ਫਿਰ ਦੁਬਾਰਾ ਮੁਲਾਕਾਤ ਹੋਵੇਗੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ। ਬਿਲਕੁਲ ਜੀ, ਸੁਪਨੇ ਸਾਨੂੰ ਦੇਖਣੇ ਵੀ ਚਾਹੀਦੇ ਆ ਤੇ ਉਹਨਾਂ ਨੂੰ ਪੂਰੇ ਵੀ ਕਰਨਾ ਚਾਹੀਦਾ। ਘਰ ਦਾ ਸੁਪਨਾ ਹਰ ਕੋਈ ਦੇਖਦਾ ਆ ਤੇ ਉਹਨੂੰ ਪੂਰਾ ਵੀ ਕਰਦਾ ਆ। ਸੋ ਤੁਸੀਂ ਦੇਖ ਰਹੇ ਹੋ ਸੁਪਨੇ, ਤੇ ਕੋਈ ਇਨਫੋਰਮੇਸ਼ਨ ਚਾਹੀਦੀ ਆ ਮੌਰਗੇਜ ਦੇ ਰਿਲੇਟਡ, ਤੁਸੀਂ ਟਾਈਮਸ ਮੌਰਗੇਜ ਦੇ ਵਿਨੇ ਸ਼ਰਮਾ ਹੋਣਾ ਨੂੰ ਫੋਨ ਕਰ ਸਕਦੇ ਹੋ। ਇਹਨਾਂ ਦੀ ਇਨਫੋਰਮੇਸ਼ਨ ਸਕਰੀਨ ਤੇ ਆ ਰਹੀ ਆ, ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਸਲਾਹ ਲੈ ਸਕਦੇ ਹੋ ਕਿ ਤੁਹਾਡਾ ਕਿੱਡਾ ਕੁ ਵੱਡਾ ਸੁਪਨਾ ਹੈ ਤੇ ਕਿਵੇਂ ਇਹ ਤੁਹਾਨੂੰ ਗਾਈਡ ਕਰਨਗੇ ਉਹਨੂੰ ਪੂਰਾ ਕਰਨ ਦੇ ਲਈ। ਸੋ ਕਮਿਊਨਿਟੀ ਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਬਿਜ਼ਨਸ ਇਹੋ ਜਿਹੀਆਂ ਸੰਸਥਾਵਾਂ ਨੇ ਜਿਹੜੀਆਂ ਹਮੇਸ਼ਾ ਬਿਜ਼ਨਸ ਦੇ ਨਾਲ-ਨਾਲ ਕਮਿਊਨਿਟੀ ਦਾ ਵੀ ਸੋਚਦੀਆਂ ਨੇ। ਸੋ ਅਗਲੀ ਵਾਰ ਬਿਜ਼ਨਸ ਕਨੈਕਟ ਦੇ ਵਿੱਚ ਫਿਰ ਕਿਸੇ ਹੋਰ ਸ਼ਖਸੀਅਤ ਨਾਲ ਰੂਬਰੂ ਹੋਵਾਂਗੇ। ਤਦ ਤੱਕ ਤੁਸੀਂ ਰੱਖਿਓ ਖਿਆਲ। ਦੇਖ ਰਹੇ ਸਾਰੇ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
please subscribe our channel and press the bell icon ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ।